ਬੱਬੂ ਮਾਨ ਜਿਹਨੂੰ ਲੋਕ ਬਹੁਤ ਪਸੰਦ ਕਰਦੇ ਆ, ਮੈਨੂੰ ਅੱਜ ਖੁਸ਼ੀ ਇਹ ਹੁੰਦੀ ਆ ਕਿ ਮੈਂ ਉਹਨੂੰ ਜੇ ਕਦੇ ਫੋਨ ਕਰਾਂ, ਵੈਸੇ ਨੰਬਰ ਨਹੀਂ ਆਪਣੇ ਕੋਲ ਨਹੀਂ ਹੁੰਦਾ, ਪਰ ਜੇ ਮੈਂ ਕਦੇ ਦੂਰੋਂ ਵੀ ਉਹਨਾਂ ਨੂੰ ਮਿਲਾਂ ਉਹਨਾਂ ਨੇ ਮੈਨੂੰ ਪਹਿਚਾਣ ਲੈਣਾ। ਇਹ ਸੁੱਚਾ ਸੂਰਮਾ ਮੂਵੀ ਜਿਹੜੀ ਹੁਣ ਰਿਲੀਜ਼ ਹੋਣੀ ਆ ਹਜੇ, ਬੱਬੂ ਮਾਨ ਨਾਲ ਉਹ ਮੂਵੀ ਆ, ਮੇਰਾ ਵਧੀਆ ਰੋਲ ਆ ਉਹਦੇ ਵਿੱਚ। ਜਿਹੜੇ ਪਿੰਡ ਨੂੰ ਬੱਸ ਇੱਕ ਜਾਂਦੀ ਹੋਵੇ ਤੇ ਉਸ ਪਿੰਡ ਦੀ ਕੁੜੀ ਜਹਾਜ਼ਾਂ ਦੀ ਸੈਰ ਕਰਕੇ ਆਉਂਦੀ ਹੈ, ਵਿਦੇਸ਼ਾਂ ਦੇ ਵਿੱਚ ਗਿੱਧੇ ਦੇ ਰੰਗ ਬਖੇਰ ਕੇ ਆਉਂਦੀ ਹੈ। ਅੰਬੀ ਦਾ ਬੂਟਾ ਅੰਬੀ ਨੂੰ ਬੂਰ ਪਿਆ। ਆਲੇ ਦੁਆਲੇ ਮੁੰਡੇ ਕਹਿ ਦਿੰਦੇ ਸੀ ਵੀ ਤੇਰੀ ਭੈਣ ਬਾਹਰ ਜਾਂਦੀ ਆ। ਇੱਕ ਵਾਰ ਮੈਨੂੰ ਯਾਦ ਆ ਕਿ ਮੈਂ ਸਾਈਕਲ ਤੇ ਜਾਂਦੀ ਹੁੰਦੀ ਸੀ ਸੈਦੇ ਵਾਲੇ, ਮੈਨੂੰ ਥੋੜਾ ਟਾਈਮ ਲੇਟ ਹੋ ਗਿਆ ਤੇ ਮੈਂ ਆਈ, ਮੇਰੇ ਉਹਨਾਂ ਨੇ ਸਾਈਕਲ ਫੜ ਕੇ ਮੇਰੇ ਥੱਪੜ ਮਾਰਿਆ। ਚੁਟਕੀ ਵੀ ਮਾਰਾਂ ਰਾਤ ਦੀ ਮਾਮੀ ਨੀ ਤੈਨੂੰ ਬਾਂਦਰੀ ਲੈਂਦੀ ਨੀ ਬਣਾ, ਟੁਕਦੀ ਬੁਰਕੀ ਸੁੱਟ ਕੇ ਤੇ ਤੋ ਖੇਡਾ ਲੈਂਦੀ ਨੀ ਬਹੁਤੀ ਐ ਚਤਰੇ ਕਰਾ। ਜਿਹੜੇ ਮੇਰੇ ਫਾਦਰ ਦੇ ਸੁਪਨੇ ਆ ਉਹਨਾਂ ਨੂੰ ਪੂਰਾ ਕਰਨ ਜਾ ਰਹੀ ਹਾਂ, ਕਿਉਂਕਿ ਉਹਨਾਂ ਨੂੰ ਇੱਕ ਗੱਲ ਕਹੀ ਸੀਗੀ ਕਿ ਬਸ ਮੇਰੀ ਪੱਗ ਵੱਲ ਧਿਆਨ ਦੇ ਕੇ ਆਪਣਾ ਕੁਛ ਮਰਜ਼ੀ ਕਰ, ਮੈਂ ਤੈਨੂੰ ਕਦੇ ਰੁਕੂੰਗਾ ਨਹੀਂ। ਬਸਦਾ ਰਹੇ ਓ ਮੇਰੇ ਬਾਬਲ ਦਾ ਵੇੜਾ, ਧੀਆਂ ਦੀ ਇਹੀ ਦੁਆ ਮੈਂ ਸਾਦਕੇ, ਧੀਆਂ ਦੀ ਇਹੀ ਦੁਆ। ਪੰਜਾਬ, ਪੰਜਾਬੀ, ਪੰਜਾਬੀਅਤ ਤੇ ਪੰਜਾਬੀ ਸੱਭਿਆਚਾਰ ਦੀ ਜਦੋਂ ਗੱਲ ਚੱਲਦੀ ਹੈ ਤਾਂ ਪੰਜਾਬ ਦੇ ਵਿੱਚ ਇੱਕ ਵੱਡਾ ਨਾਮ ਹੈ ਪਾਲ ਸਿੰਘ ਸਮਾਓ। ਇੱਕ ਨਹੀਂ, ਦੋ ਨਹੀਂ, ਸੈਂਕੜੇ ਹਜ਼ਾਰਾਂ ਕੁੜੀਆਂ ਇਹਨਾਂ ਸਕੂਲਾਂ ਕਾਲਜਾਂ ਦੇ ਵਿੱਚੋਂ ਸਿੱਖ ਕੇ ਵੱਡਾ ਨਾਮ ਕਮਾਇਆ ਤੇ ਅੱਜ ਦੌਲਤ ਸ਼ੌਹਰਤ ਦੋਵੇਂ ਕਮਾ ਰਹੀਆਂ ਨੇ। ਮੇਰੇ ਨਾਲ ਮਾਨਸਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚੋਂ ਨਿਕਲ ਕੇ ਇੱਕ ਵੱਡਾ ਨਾਮ ਕਮਾਇਆ ਹੈ। ਮੇਰੇ ਨਾਲ ਬੈਠੇ ਨੇ ਕਿਰਨ। ਅੱਜ ਤੁਹਾਨੂੰ ਉਹਨਾਂ ਦੀ ਜ਼ਿੰਦਗੀ ਬਾਰੇ, ਉਹਨਾਂ ਦੀ ਕਲਚਰ ਐਕਟੀਵਿਟੀ ਬਾਰੇ, ਤਨੋਂ ਮਨੋਂ ਤੁਹਾਨੂੰ ਪੰਜਾਬੀ ਸੱਭਿਆਚਾਰ ਨਾਲ ਜੁੜੇ ਹੋਏ ਗੀਤ, ਬੋਲੀਆਂ, ਲੋਕ ਗੀਤ ਤੁਹਾਨੂੰ ਸੁਣਾਵਾਂਗੇ। ਤੋ ਕਰਦੇ ਹਾਂ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਕਿਰਨ, ਨੱਚਣਾ, ਕੁੱਦਣਾ, ਹੱਸਣਾ, ਗਾਉਣਾ ਸਭ ਤੇਰੇ ਹਿੱਸੇ ਆਇਆ। ਕੀ ਇਹ ਜ਼ਿੰਦਗੀ 'ਚ ਰੰਗ ਹੈਗੇ ਨੇ? ਹਾਂਜੀ ਸਰ, ਬਿਲਕੁਲ, ਕਿਉਂਕਿ ਮੇਰੀ ਜ਼ਿੰਦਗੀ ਬੇਰੰਗ ਤੋਂ ਰੰਗਾਂ ਨਾਲ ਭਰੀ ਗਈ ਹੈ ਤਾਂ ਕਲਚਰ ਐਕਟੀਵਿਟੀਆਂ ਨਾਲ ਭਰੀ ਗਈ ਆ। ਕਿਉਂਕਿ ਇਹ ਹੁੰਦਾ ਸੀ ਕਿ ਜਦੋਂ ਆਪਾਂ ਇੱਕ ਛੋਟੇ ਜਿਹੀ ਫੈਮਿਲੀ 'ਚੋਂ ਹੁੰਦੇ ਆ ਤਾਂ ਉੱਥੋਂ ਦੇ ਆਲੇ ਦੁਆਲੇ ਦੇ ਜਿਹੜੇ ਲੋਕ ਨੇ ਉਹ ਆਪਾਂ ਨੂੰ ਫੋਰਸ ਇਹ ਕਰਦੇ ਆ ਕਿ ਇਹ ਚੀਜ਼ਾਂ 'ਚ ਕੁਛ ਨਹੀਂ ਆ, ਇਹ ਲੱਚਰ ਚੀਜ਼ਾਂ ਨੇ। ਬਟ ਮੇਰੇ ਪੇਰੈਂਟਸ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਇਹਦੇ ਵਿੱਚ, ਮੇਰੀ ਨਾਨੀ ਜੀ ਨੇ, ਮੇਰੀ ਫੈਮਿਲੀ ਨੇ, ਜਿਹਦੇ ਵਿੱਚ ਮੈਂ ਅੱਜ ਉੱਠ ਕੇ ਇਸ ਮੁਕਾਮ ਤੇ ਪਹੁੰਚੀ ਹੋਈ ਹਾਂ ਕਿ ਮੈਂ ਜਿੱਥੇ ਵੀ ਜਾਂਦੀ ਹਾਂ ਕਿ ਲੋਕਾਂ ਨੂੰ ਪਤਾ ਲੱਗਦਾ ਵੀ ਹਾਂ ਕਿਰਨ ਵੀ ਕੋਈ ਕੁੜੀ ਹੈ, ਕਿਉਂਕਿ ਮੈਨੂੰ ਮਾਣ ਹੁੰਦਾ ਕਿ ਮੈਂ ਆਪਣੇ ਪੇਰੈਂਟਸ ਦਾ ਨਾਮ ਹੈ ਜਿਹੜਾ ਉਹ ਉੱਚਾ ਕੀਤਾ ਹੈਗਾ। ਕਾਲਜ ਪੱਧਰ ਦੀ ਜ਼ਿੰਦਗੀ ਦੇ ਵਿੱਚ ਕਿਰਨ ਨੇ ਬਹੁਤ ਨਾਮ ਨਾ ਖੱਟਿਆ। ਯੂਥ ਫੈਸਟੀਵਲ ਦੇ ਵਿੱਚੋਂ ਬਹੁਤ ਸਾਰੇ ਇਨਾਮ ਸਨਮਾਨ ਹਾਸਲ ਕੀਤੇ ਨੇ। ਕਾਲਜ ਦੇ ਵਿੱਚ ਹੀ ਆ ਕੇ ਇਹ ਗਿੱਧਾ, ਨੱਚਣਾ, ਗਾਉਣਾ ਸ਼ੁਰੂ ਕੀਤਾ ਜਾਂ ਇਹ ਗੁੜਤੀ ਘਰ ਦੇ ਵਿੱਚੋਂ ਮਿਲ ਗਈ? ਵੈਸੇ ਤਾਂ ਪੰਜਾਬੀ ਹਰ ਮੁੰਡਾ ਕੁੜੀ ਮੈਨੂੰ ਲੱਗਦਾ ਜਿਵੇਂ ਖੇਡਣ ਵਾਲਾ ਕਬੱਡੀ ਖੇਡਦਾ ਹੀ ਖੇਡਦਾ ਹੈ ਤੇ ਹਰ ਕੁੜੀ ਮੁੰਡਾ ਇੱਕ ਵਾਰੀ ਭੰਗੜਾ ਗਿੱਧਾ ਤਾਂ ਪਾਉਂਦਾ ਹੀ ਪਾਉਂਦਾ। ਹਾਂਜੀ ਹਾਂਜੀ, ਹੈ ਨਾ। ਉਹ ਇਹਦਾ ਸਫ਼ਰ ਜਿਹੜਾ ਕਿਵੇਂ ਸ਼ੁਰੂ ਹੋਇਆ? ਮੇਰਾ ਅਸਲ 'ਚ ਇਹ ਸਫ਼ਰ ਇਹ ਸੀਗਾ ਸਰ ਕਿ ਮੇਰੇ ਜਿਹੜਾ ਪਿੰਡ ਭਾਵਾ ਗਾ ਉੱਥੇ ਮੇਰੇ ਨਾਨਕੇ ਆ, ਕਿ ਮੈਂ ਉੱਥੇ ਵਿਆਹ ਦੇ ਵਿੱਚ ਸੀਗੀ, ਮੇਰੇ ਮਾਮਾ ਜੀ ਦੇ ਬੇਟਿਆਂ ਦਾ ਵਿਆਹ ਸੀਗਾ। ਮੈਂ ਬਹੁਤ ਛੋਟੀ ਸੀ ਉਦੋਂ, ਮੈਨੂੰ ਯਾਦ ਆ ਵੀ ਮਤਲਬ ਕਿ ਮੇਰੀ ਨਾਨੀ ਨੇ ਜਿਹੜੇ ਜਾਗੋ ਟਾਈਮ ਦੰਦਾਂ 'ਚ ਘੜਾ ਚੱਕਿਆ ਸੀਗਾ। ਮਤਲਬ ਕਿ ਮੈਨੂੰ ਉਹਨਾਂ ਤੋਂ ਇਹ ਚੀਜ਼ ਬਹੁਤ ਮਹਿਸੂਸ ਹੋਈ ਕਿ ਵੀ ਇਹਨਾਂ ਨੇ ਕਿੱਦਾਂ ਚੱਕਿਆ, ਕਿ ਇਹ ਸਾਡਾ ਕਲਚਰ ਹੈ ਵੀ ਜਿਹੜਾ ਇਹ ਚੀਜ਼ਾਂ ਕੀਤੀਆਂ ਨੇ। ਉਹਨਾਂ ਨੇ ਬਹੁਤ ਵਧੀਆ ਚੀਜ਼ਾਂ ਕੀਤੀਆਂ, ਕਰਕੇ ਦਿਖਾਏ, ਤਮਾਸ਼ੇ ਕਰਕੇ ਦਿਖਾਏ, ਬੋਲੀਆਂ ਪਾਈਆਂ, ਤਾਂ ਮੈਨੂੰ ਬਹੁਤ ਵਧੀਆ ਲੱਗਿਆ। ਮੈਂ ਉੱਥੋਂ ਸੋਚਿਆ ਸੀ ਵੀ ਮੈਂ ਵੀ ਜ਼ਿੰਦਗੀ 'ਚ ਕੁਛ ਇੱਦਾਂ ਦਾ ਕਰਨਾ। ਫਿਰ ਇਸ ਤੋਂ ਬਾਅਦ ਜਦੋਂ ਮੈਂ ਵੱਡੀ ਹੋਈ ਤੇ ਮੇਰੇ ਨਾਲ ਕਲਾਸਾਂ, ਜਿਵੇਂ 6ਵੀਂ ਕਲਾਸ ਦੇ ਵਿੱਚ ਮੇਰਾ ਇਹ ਪ੍ਰੋਸੈਸ ਜਿਹੜਾ ਚੱਲ ਪਿਆ ਸੀਗਾ। ਮੈਂ ਸਰਕਾਰੀ ਹਾਈ ਸਕੂਲ ਸੈਦੇਵਾਲਾ ਵਿੱਚ ਪੜ੍ਹੀ ਸੀਗੀ। ਉੱਥੇ ਮੈਂ ਪਹਿਲਾਂ ਗੇਮ ਕੀਤੀ। ਮਾਸਟਰ ਸੁਰਜੀਤ ਸਿੰਘ ਜਿਹੜਾ ਨੇ ਮੇਰੇ ਤੇ ਬਹੁਤ ਜ਼ਿਆਦਾ ਅਹਿਸਾਨ ਕੀਤਾ
ਕੀਤਾ ਕਿ ਮੈਨੂੰ ਗੇਮ ਦੇ ਵਿੱਚ ਪਾਇਆ। ਉਹਨਾਂ ਨੇ ਮੇਰੇ 'ਚ ਸ਼ਾਇਦ ਇਹ ਹੁਨਰ ਦੇਖਿਆ। ਫਿਰ ਇਸ ਤੋਂ ਬਾਅਦ ਜਦੋਂ ਸਾਡੀਆਂ ਉੱਥੇ ਕੋਈ ਐਕਟੀਵਿਟੀਜ਼ ਹੁੰਦੀਆਂ ਸੀ, ਮੈਂ ਕਦੇ ਇਹ ਨਹੀਂ ਸੋਚਿਆ ਸੀ ਕਿ ਮੈਂ ਇੱਕ ਐਕਟੀਵਿਟੀ 'ਚ ਪਾਰਟਿਸਿਪੇਟ ਕਰਨਾ। ਮੈਂ ਹਮੇਸ਼ਾ ਗਿੱਧਾ, ਡਾਂਸ, ਹਰ ਇੱਕ ਐਕਟੀਵਿਟੀ ਹੁੰਦੀ ਸੀ ਜਿਹੜੀ ਵਿੱਚ ਪਾਰਟਿਸਿਪੇਟ ਕਰਦੀ ਸੀ। ਮੋਨੋ ਐਕਟਿੰਗ ਵੀ ਕਰਦੀ। ਮੈਨੂੰ ਸਰ ਕਹਿੰਦੇ ਵੀ ਬਸ ਵੀ ਬਹੁਤ ਐਕਟੀਵਿਟੀਆਂ 'ਚ ਭਾਗ ਨਾ ਲੈ, ਬਹੁਤ ਆ ਇੱਕ, ਪਰ ਮੇਰਾ ਦਿਲ ਕਰਦਾ ਹੁੰਦਾ ਸੀ ਵੀ ਸਰ ਮੈਂ ਥੱਕਦੀ ਨਹੀਂ ਆ, ਮੈਂ ਕਰਾਂਗੀ। ਉਸ ਤੋਂ ਬਾਅਦ ਅਸੀਂ ਉੱਥੇ ਕਰਦੇ ਰਹਿੰਦੇ। ਮੇਰੇ ਪਿੰਡ ਤੋਂ 2-3 ਕਿਲੋਮੀਟਰ ਪੈਂਦਾ ਸੈਦੇ ਵਾਲਾ ਪਿੰਡ, ਪਰ ਮੈਨੂੰ ਥੋੜਾ ਜਿਹਾ ਜਾਣ 'ਚ ਇਹ ਹੁੰਦਾ ਵੀ ਲੋਕਾਂ ਦਾ ਕਹਿਣਾ ਹੁੰਦਾ ਕੁੜੀ ਨੇਰੇ ਜਾਂਦੀ ਆਉਂਦੀ ਆ, ਥੋੜਾ ਜਿਹਾ ਔਖਾ ਹੁੰਦਾ ਸੀ। ਤਾਂ ਮੇਰੇ ਫਾਦਰ ਸਾਹਿਬ ਨੇ ਮੈਨੂੰ ਸੈਦੇ ਵਾਲੇ ਛੱਡਤਾ। ਉੱਥੇ ਮੇਰੀ ਆਂਟੀ ਸੀਗੇ ਸੁਖਵਿੰਦਰ ਤੇ ਜਸਵਿੰਦਰ ਸਿੰਘ, ਜਿਨ੍ਹਾਂ ਨੇ ਮੇਰਾ ਮਤਲਬ ਕਿ ਮੇਰੇ ਮਾਂ-ਬਾਪ, ਜੇ ਮੈਂ ਅਸਲ 'ਚ ਕਹਾਂ ਮੇਰੇ ਉਹੀ ਮਾਂ-ਬਾਪ ਬਣੇ ਸੀਗੇ। ਉਹਨਾਂ ਨੇ ਮੈਨੂੰ ਮਤਲਬ ਕਿ ਉੱਥੇ ਰੱਖਿਆ, ਮੈਨੂੰ ਖਾਣਾ ਪੀਣਾ ਫ੍ਰੀ 'ਚ। ਆਪਣੀਆਂ ਉਹਨਾਂ ਦੀਆਂ 3 ਬੇਟੀਆਂ ਸੀਗੀਆਂ। ਉਹਨਾਂ ਦੀ 3 ਬੇਟੀਆਂ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਮੈਨੂੰ ਆਪਣੀ ਚੌਥੀ ਬੇਟੀ ਮੰਨਿਆ ਸੀਗਾ। ਘਰ ਦਾ ਇਹ ਲਾ ਲਓ ਵੀ ਹਰ ਇੱਕ ਇੰਪੋਰਟੈਂਟ ਗੱਲ ਸੀ ਜਿਹੜੀ ਮੇਰੇ ਨਾਲ ਸ਼ੇਅਰ ਕਰਦੇ ਸੀਗੇ। ਮਤਲਬ ਕਿ ਮੈਨੂੰ ਕਦੇ ਬੇਗਾਨਾ ਨਹੀਂ ਸਮਝਿਆ ਸੀਗਾ। ਤੇ ਉੱਥੇ ਮੇਰੇ ਪੇਰੈਂਟਸ ਨੇ ਵੀ ਕਦੇ ਸੋਚਿਆ ਨਹੀਂ ਸੀ ਵੀ ਇਹ ਬੇਗਾਨੀ ਜਗ੍ਹਾ ਤੇ ਆ। ਉੱਥੇ ਰਹਿ ਕੇ ਮੈਂ ਮਤਲਬ ਕਿ ਜਦੋਂ ਡਾਂਸ ਕਰਦੇ, ਗੇਮ ਤੇ ਜਾਂਦੇ, ਤਾਂ ਮੈਨੂੰ ਆਂਟੀ ਕਹਿ ਦਿੰਦੀ, ਆਪਣੀਆਂ ਬੇਟੀਆਂ ਨੂੰ ਵੀ ਕਹਿੰਦੀ ਵੀ ਇਹ ਕਿੰਨੀ ਖੁੱਲੀ ਆ, ਵੀ ਬੋਲੋ। ਜਦੋਂ ਅਸੀਂ ਪਹਿਲੀ ਵਾਰ ਪੰਜਾਬ ਦੇ ਵਿੱਚੋਂ ਫਸਟ ਆਏ ਸੀਗੇ, ਸਾਡਾ ਸਨਮਾਨਿਤ ਕੀਤਾ ਗਿਆ ਸੀ ਸੈਦੇ ਵਾਲੇ। ਉੱਥੇ ਮੀਡੀਆ ਸਾਹਮਣੇ ਬੋਲਣਾ ਸੀਗਾ, ਤਾਂ ਮੈਂ ਹੈਗੀ ਸੀ, ਮੈਨੂੰ ਸ਼ੌਂਕ ਹੁੰਦਾ ਸੀ ਇਹ ਚੀਜ਼ ਦਾ। ਤਾਂ ਮੈਂ ਇਕੱਲੀ ਬੋਲੀ, ਸਾਰੀਆਂ ਡਰ ਡਰ ਕੇ ਪਿੱਛੇ ਹੋ ਰਹੀਆਂ ਸੀ। ਤਾਂ ਉੱਥੇ ਗਾਲਾਂ ਵੀ ਪਈਆਂ ਉਹਨਾਂ ਨੂੰ ਵੀ ਤੁਸੀਂ ਡਰ ਕੇ ਹੋਈ ਜਾਂਦੇ ਹੋ, ਇਹ ਵੀ ਤਾਂ ਕਿਸੇ ਦੀ ਕੁੜੀ ਆ। ਪਰ ਮੇਰਾ ਇੱਕ ਸ਼ੌਂਕ ਸੀਗਾ ਇਹ ਚੀਜ਼ਾਂ ਤੇ, ਕਿਉਂਕਿ ਇਹ ਚੀਜ਼ ਮੈਂ ਆਪਣੀ ਨਾਨੀ ਤੋਂ ਲਾ ਲਓ, ਮੇਰੀ ਮੰਮਾ ਤੋਂ ਲਾ ਲਓ, ਕਿਉਂਕਿ ਜਦੋਂ ਮੈਂ ਉਹਨਾਂ ਨੂੰ ਗਾਉਂਦਿਆਂ ਦੇਖਦੀ ਹਾਂ ਨਾ, ਕਿਸੇ ਵਿਆਹ ਦੇ ਵਿੱਚ ਗੀਤ ਗਾਉਂਦੇ ਸੀ, ਇਹ ਲੰਮੀਆਂ ਹਿੱਕਾਂ ਵਾਲੇ ਗੀਤ ਗਾਉਂਦੇ, ਤਾਂ ਮੈਨੂੰ ਬਹੁਤ ਸਕੂਨ ਮਿਲਦਾ ਸੀਗਾ। ਨੋਰਮਲ ਗੀਤਾਂ ਨਾਲੋਂ ਮੈਨੂੰ ਉਹਨਾਂ 'ਚ ਜ਼ਿਆਦਾ ਸਕੂਨ ਮਿਲਦਾ ਸੀਗਾ। ਜਦੋਂ ਬੇਰਾਗ ਲਾ ਲਓ, ਆਪਣੇ ਸੁਹਾਗ ਗਾਉਂਦੇ ਸੀਗੇ, ਤਾਂ ਮੈਨੂੰ ਮੈਂ ਗਾਉਂਦੀ ਗਾਉਂਦੀ ਕਈ ਵਾਰ ਮੰਮਾ ਨੂੰ ਦੇਖ ਕੇ ਰੋਣ ਲੱਗ ਜਾਂਦੀ ਸੀਗੀ। ਕਿ ਮੈਨੂੰ ਇਹ ਲੱਗਦਾ ਸੀ ਵੀ ਜੇ ਇਹ ਗੀਤ ਰੋਣ ਦੀ ਆਵਾਜ਼ 'ਚ ਕੱਢਿਆ ਜਾਵੇ ਤਾਂ ਬਹੁਤ ਸੋਹਣਾ ਹੋਊਗਾ। ਉਸੇ ਤਰ੍ਹਾਂ ਫਿਰ ਸੈਦੇ ਵਾਲੇ ਤੋਂ ਮੈਂ ਲਗਾਤਾਰ ਐਵੇਂ ਪੋਜੀਸ਼ਨਾਂ ਜਿੱਤਦੀ ਰਹੀ। ਉੱਥੋਂ ਵੀ ਜਿੱਤੀਆਂ, ਕਲਚਰ ਐਕਟੀਵਿਟੀਜ਼ ਦੇ ਵਿੱਚ ਮੈਂ ਪਾਰਟਿਸਿਪੇਟ ਕੀਤਾ। ਫਿਰ ਇਸ ਤੋਂ ਬਾਅਦ ਮੈਂ ਕਾਲਜ ਪੱਧਰ 'ਤੇ ਆਈ, ਜਿੱਥੇ ਮੈਨੂੰ ਪਾਲ ਸਿੰਘ ਸਮਾਓ ਜੀ ਮਿਲੇ। ਉਹਨਾਂ ਨੇ ਮਤਲਬ ਕਿ ਮੈਨੂੰ ਗਿੱਧੇ ਦੇ ਵਿੱਚ ਮੇਰੀ ਪੂਰੀ ਸਿਖਲਾਈ ਵਿੱਚ ਮਦਦ ਕੀਤੀ। ਕਿ ਪਹਿਲਾਂ ਇਹ ਸੀਗਾ ਵੀ ਸਾਨੂੰ ਦੱਸਿਆ ਗਿਆ ਕਿ ਇੱਥੇ ਫੈਸਟੀਵਲ ਹੁੰਦਾ, ਮੈਨੂੰ ਕੁਝ ਨਹੀਂ ਪਤਾ ਹੁੰਦਾ ਸੀਗਾ ਕਿ ਫੈਸਟੀਵਲ ਕੀ ਹੁੰਦਾ, ਕਿਉਂਕਿ ਜਦੋਂ ਆਪਾਂ ਪਹਿਲੀ ਵਾਰ ਕਾਲਜ ਲਾਈਫ 'ਚ ਜੁਆਇਨ ਕਰਦੇ ਹਾਂ, ਆਪਾਂ ਨੂੰ ਇਹ ਚੀਜ਼ ਦਾ ਪਤਾ ਨਹੀਂ ਹੁੰਦਾ। ਮੈਂ ਜਦੋਂ ਐਂਟਰ ਗਈ, ਮੈਨੂੰ ਇਹ ਸੀ ਕੋਈ ਡਾਂਸ ਹੋਊਗਾ ਵੀ ਇਹ ਤਾਂ ਮੈਂ ਕਰਦੀ ਹਾਂ, ਮੈਂ ਕਰ ਲੂੰਗੀ। ਜਦੋਂ ਮੈਂ ਦੇਖਿਆ ਪਾਲ ਸਿੰਘ ਸਮਾਓ ਇੱਕ ਐਵੇਂ ਜਗ੍ਹਾ 'ਤੇ ਖੜੇ ਸੀਗੇ ਕੁੜੀਆਂ ਨੂੰ ਲੈ ਕੇ, ਤਾਂ ਉਹ ਤਾੜੀ ਸਿਖਾ ਰਹੇ ਸੀ। ਮੈਂ ਇੱਕ ਵਾਰੀ ਤਾਂ ਡਰੀ, ਕਿਉਂਕਿ ਮੈਨੂੰ ਐਵੇਂ ਦਾ ਤਾਂ ਆਉਂਦਾ ਨਹੀਂ ਸੀਗਾ। ਮੈਂ ਕਿਹਾ ਵੀ ਕਿਰਨ ਪੈਰ ਪਿੱਛੇ ਨਹੀਂ ਪਟਣਾ, ਜੋ ਤੂੰ ਇੰਨਾ ਕੁਛ ਉੱਥੇ ਸਿੱਖਿਆ ਸੀਗਾ। ਕਿਉਂਕਿ ਸਰ ਮੇਰੀ ਇਹ ਇੱਕ ਹੁੰਦੀ ਸੀ ਮਨ ਦੀ ਤਮੰਨਾ ਕਿ ਮੈਂ ਜਿਹੜੇ ਵੀ ਸਕੂਲ 'ਚ ਜਾਂਦੀ, ਮੈਂ ਇੱਕ ਵਾਰੀ ਮੱਥਾ ਟੇਕਦੀ ਸੀ ਕਿ ਜਿੱਦਾਂ ਮੇਰੀ ਪਹਿਲਾਂ ਮੈਂ ਨਰਸਰੀ ਕਲਾਸ ਤੋਂ ਲੈ ਕੇ 5th ਕਲਾਸ ਤੱਕ ਪੜ੍ਹੀ, ਉੱਥੇ ਵੀ ਮੇਰੀ ਮਤਲਬ ਕਿ ਚੜ੍ਹਾਈ ਹੁੰਦੀ ਸੀ। ਮੈਨੂੰ ਆਪ ਨੂੰ ਮਹਿਸੂਸ ਹੁੰਦਾ ਸੀ ਕਿ ਸਾਰੇ ਜਗ੍ਹਾ 'ਤੇ ਕਹਿੰਦੇ ਸੀ ਵੀ ਕਿਰਨ ਇਹ ਕੰਮ ਕਰੂ, ਕਿਰਨ ਇਹ ਕਰੂ। ਜਦੋਂ ਮੈਂ 6th ਕਲਾਸ ਦੇ ਵਿੱਚ ਸਰਕਾਰੀ ਸਕੂਲ 'ਚ ਐਂਟਰ ਕੀਤਾ, ਮੈਂ ਪਹਿਲੇ ਦਿਨ ਮੱਥਾ ਟੇਕਿਆ। ਮੈਂ ਸੋਚਿਆ ਵੀ ਮੈਂ ਰੱਬਾ ਜਿਵੇਂ ਮੇਰੀ ਚੜ੍ਹਾਈ ਪਿੱਛੇ ਸੀ ਐਵੇਂ ਇੱਥੇ ਬਣ ਜੇ। ਉਹੀ ਗੱਲ ਅੱਜ ਵੀ ਤੁਸੀਂ ਸੈਦੇ ਵਾਲੇ ਵਿੱਚ ਜਾ ਕੇ ਪੁੱਛ ਸਕਦੇ ਹੋ ਵੀ ਕਿਰਨ ਕੌਣ ਹੈ, ਉਹ ਵੀ ਤੁਹਾਨੂੰ ਦੱਸ ਦੇਣਗੇ। ਉੱਥੇ ਕੀਤਾ। ਫਿਰ ਮੈਂ ਜਦੋਂ ਸਕੂਲ ਦੇ ਆਪਣੇ ਕਾਲਜ ਦੇ ਵਿੱਚ ਐਂਟਰ ਕੀਤਾ, ਉੱਥੇ ਵੀ ਮੈਂ ਮੱਥਾ ਟੇਕਿਆ ਵੀ ਰੱਬਾ ਜਿਵੇਂ ਮੇਰੀ ਸਕੂਲਾਂ ਦੇ ਵਿੱਚ ਚੜ੍ਹਾਈ ਸੀ ਉਵੇਂ ਮੇਰੀ ਇੱਥੇ ਬਣ ਜੇ। ਤਾਂ ਅੱਜ ਮੈਨੂੰ ਮਾਣ ਹੈ ਕਿ ਮੈਂ ਜਦੋਂ ਵੀ ਕਾਲਜ ਦੇ ਵਿੱਚ ਜਾਂਦੀ ਹਾਂ, ਮੈਨੂੰ ਕੋਈ ਇਹ ਨਹੀਂ ਕਹਿੰਦਾ ਵੀ ਇਹ ਕੌਣ ਆ। ਤਾਂ ਹਾਂ, ਮੇਰੀਆਂ ਉੱਥੇ ਫੋਟੋਆਂ ਵੀ ਲੱਗੀਆਂ ਹੋਈਆਂ ਗੁਰੂ ਨਾਨਕ ਕਾਲਜ ਦੇ ਵਿੱਚ, ਨਾਮ ਬਕਾਇਦਾ ਅਲੱਗ ਲਗਾਏ ਹੋਏ ਆ ਉਹਨਾਂ ਨੇ। ਤਾਂ ਮੈਨੂੰ ਵਧੀਆ ਲੱਗਦਾ, ਮਹਿਸੂਸ ਹੁੰਦਾ ਖੁਸ਼ੀ ਕਿ ਮੈਂ ਅੱਜ ਆਪਣੇ ਜਿਹੜੇ ਮੇਰੇ ਫਾਦਰ ਦੇ ਸੁਪਨੇ ਆ ਉਹਨਾਂ ਨੂੰ ਪੂਰਾ ਕਰਨ ਜਾ ਰਹੀ ਹਾਂ। ਕਿਉਂਕਿ ਉਹਨਾਂ ਨੂੰ ਇੱਕ ਗੱਲ ਕਹੀ ਸੀਗੀ ਕਿ ਬਸ ਮੇਰੀ ਪੱਗ ਵੱਲ ਧਿਆਨ ਦੇ ਕੇ ਆਪਣਾ ਕੁਛ ਮਰਜ਼ੀ ਕਰ, ਮੈਂ ਤੈਨੂੰ ਕਦੇ ਰੁਕੂੰਗਾ ਨਹੀਂ। ਲੋਕ ਹੁੰਦੇ ਆ ਬੇਟਾ ਘਰੋਂ ਬਾਹਰ ਨਾ ਜਾਈਂ ਹਨੇਰਾ, ਪਰ ਮੇਰੇ ਡੈਡੀ ਨੇ ਮੈਨੂੰ ਇਹ ਕਿਹਾ ਸੀਗਾ ਵੀ ਪੁੱਤ ਤੂੰ ਸ਼ੇਰ ਬਣ ਕੇ ਕੰਮ ਕਰਨਾ ਹੈ। ਤਾਂ ਅੱਜ ਤੱਕ ਮੈਂ ਕਦੇ ਇਹ ਸੋਚੀ ਨਹੀਂ ਸੀਗਾ ਵੀ ਮੈਨੂੰ ਕੋਈ ਗਲਤ ਦੇਖ ਰਿਹਾ ਵੀ ਜਾਂ ਕੁਛ ਕਹਿ ਰਿਹਾ, ਨਹੀਂ। ਮੇਰਾ ਕੰਮ ਸੀਗਾ, ਮੇਰੇ ਕੰਮ ਵੱਲ ਫੋਕਸ, ਬਸ ਮੈਂ ਉੱਧਰ ਹੀ ਕਰਨਾ ਸੀ। ਫਿਰ ਉੱਥੇ ਪਾਲ ਸਿੰਘ ਸਮਾਓ ਨੇ ਮੈਨੂੰ ਗਿੱਧਾ ਸਿਖਾਇਆ, ਉਹਨਾਂ ਤੋਂ ਮੈਂ ਸਿੱਖਿਆ। ਲੋਕ ਗੀਤ ਵੀ ਉਹਨਾਂ ਤੋਂ ਸਿੱਖੇ, ਰਵਾਇਤੀ ਲੋਕ ਗੀਤ, ਸੁਹਾਗ, ਘੋੜੀਆਂ, ਉਹਨਾਂ ਨੇ ਮੈਨੂੰ ਦੱਸਿਆ ਸਾਰਾ। ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਕਿ ਮੇਰੀ ਜ਼ਿੰਦਗੀ 'ਚ ਕੋਈ ਇੱਦਾਂ ਦਾ ਪਰਸਨ ਆਇਆ ਜਿਹਨੇ ਮੇਰੀ ਲੈਵਲ ਨੂੰ ਜਿਹੜਾ ਹੋਰ ਹਾਈ ਕਰਤਾ। ਕਿਉਂਕਿ ਗੇਮਸ ਦੇ ਵਿੱਚ ਵੀ ਮੈਂ ਦੇਖੋ ਹਾਈ ਲੈਵਲ 'ਚ ਸੀਗੀ। ਮੈਨੂੰ ਆਪ ਨੂੰ ਮਾਣ ਹੈ ਕਿ ਮੈਂ ਕਦੇ ਕਿਸੇ ਤੋਂ ਮਾਰ ਨਹੀਂ ਖਾਧੀ ਸੀਗੀ। 2nd ਪੋਜੀਸ਼ਨ ਆਉਂਦੀ ਹੈ NCC ਦੇ ਵਿੱਚ। ਫਿਰ ਇਸ ਤੋਂ ਬਾਅਦ ਥੀਏਟਰ ਐਕਟੀਵਿਟੀਜ਼, ਸਾਗਰ ਸੁਰਿੰਦਰ ਸੀਗੇ ਜਿਹੜੇ ਮੇਰੇ ਗੁਰੂ ਰਹੇ ਨੇ ਥੀਏਟਰ ਐਕਟੀਵਿਟੀਜ਼ ਦੇ। ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਇਸ ਲਾਇਕ ਸਮਝਿਆ ਤੇ ਮੈਨੂੰ ਸਿਖਾਇਆ। ਫਿਰ ਪਾਲ ਸਿੰਘ ਸਮਾਓ ਜਿਨ੍ਹਾਂ ਨੇ ਮੈਨੂੰ ਗਿੱਧਾ ਸਿਖਾਇਆ। ਕਿਰਨ ਕੋਲੇ 2 ਰਾਹ ਸੀਗੇ, ਇੱਕ ਸਪੋਰਟਸ ਦਾ, ਹਾਂਜੀ, ਇੱਕ ਕਲਚਰ ਐਕਟੀਵਿਟੀਜ਼ ਦਾ। ਇਹ ਕਿਉਂ ਚੁਣਿਆ, ਗੇਮਾਂ ਕਿਉਂ ਛੱਡੀਆਂ? ਅਸਲ 'ਚ ਸਰ ਇਹ ਸੀਗਾ ਕਿ ਗੇਮਸ ਮੈਂ ਦੇਖੋ ਮੈਰਿਡ ਲਾਈਫ ਜਿੱਦਾਂ ਚੱਲਦੀ ਹੁੰਦੀ ਆ ਵੀ ਕੁੜੀਆਂ ਹਟਾ ਦਿੰਦੇ ਆ, ਬਟ ਮੈਂ ਕਰਨਾ ਚਾਹੁੰਦੀ ਹੁੰਦੀ ਸੀ ਹਰ ਇੱਕ ਐਕਟੀਵਿਟੀ। ਮੈਂ BA ਫਾਈਨਲ, B ਲੀਵ, M ਲੀਵ ਤੱਕ ਐਕਟੀਵਿਟੀ ਕੀਤੀਆਂ ਨੇ ਸਪੋਰਟਸ ਦੀਆਂ। ਬਟ ਮੈਂ ਨਾਲ ਕੀ ਸੀਗਾ, NCC ਵੀ ਕੀਤੀ ਆ, ਕਲਚਰ ਐਕਟੀਵਿਟੀ ਵੀ ਕੀਤੀਆਂ, ਜਿਹਦੇ ਵਿੱਚ ਥੀਏਟਰ ਆ ਗਿਆ, ਆਪਣੀਆਂ ਹਰ ਇੱਕ ਚੀਜ਼ ਆ ਜਾਂਦੀ ਹੈ ਕਲਚਰ ਐਕਟੀਵਿਟੀ ਦੇ ਵਿੱਚ। ਉੱਥੇ ਮੈਨੂੰ ਇੱਕ ਵਾਰੀ ਗੱਲ ਯਾਦ ਆ ਕਿ ਸਾਡੇ ਪ੍ਰਿੰਸੀਪਲ ਸਰ ਰਾਊਂਡ 'ਤੇ ਸੀਗੇ।
ਤੇ ਪਹਿਲਾਂ ਤਾਂ ਸਾਡਾ ਗਿੱਧਾ ਚੱਲ ਰਿਹਾ ਸੀ ਮਾਰਨਿੰਗ ਟਾਈਮ। ਅਸੀਂ ਗਿੱਧਾ ਮੈਂ ਪ੍ਰੈਕਟਿਸ ਕੀਤੀ, ਨਾਲ ਦੀ ਨਾਲ ਮੈਨੂੰ ਸਤਿਗੁਰ ਸਰ ਨੇ, ਸਾਡੇ ਜਿਹੜੇ ਉੱਥੇ ਪੰਜਾਬੀ ਡਿਪਾਰਟਮੈਂਟ ਦੇ ਟੀਚਰ, ਉਹਨਾਂ ਨੇ ਮੈਨੂੰ ਕਿਹਾ ਕਿਰਨ ਸਰ ਨੇ ਹੁਣ ਥੀਏਟਰ ਵੀ ਦੇਖਣਾ, ਵੀ ਥੀਏਟਰ ਦੀ ਐਕਟੀਵਿਟੀ ਦੇਖਣੀਆਂ ਨੇ। ਮੈਂ ਉੱਥੇ ਡਰੈਸ ਚੇਂਜ ਕੀਤੀ, ਥੀਏਟਰ 'ਚ ਚਲੀ ਗਈ ਨਾਲ ਦੀ ਨਾਲ। ਇਸ ਤੋਂ ਬਾਅਦ ਮੈਨੂੰ ਕਹਿੰਦੇ ਵੀ NCC ਦੇ ਜਿਹੜੇ ਆਪਣੇ ਜਸਪਾਲ ਸਰ ਨੇ, ਉਹਨਾਂ ਦਾ ਮੈਨੂੰ ਫੋਨ ਆਇਆ, ਕਹਿੰਦੇ ਬੇਟਾ ਜਿਹੜੇ ਪ੍ਰਿੰਸੀਪਲ ਸਰ ਨੇ ਰਾਊਂਡ ਤੇ ਨੇ, ਵੀ NCC ਦਾ ਕਰ ਰਹੇ ਨੇ ਉਹ ਚੈੱਕ। ਮੈਂ ਉੱਥੇ ਚੇਂਜ ਕੀਤੀ, ਡਰੈਸ ਪਾਈ ਤੇ NCC 'ਚ ਚਲੀ ਗਈ। ਫਿਰ ਇਸ ਤੋਂ ਬਾਅਦ ਸ਼ਾਮ ਨੂੰ ਸੀ ਸਾਡਾ ਗਰਾਊਂਡ ਦੀ ਐਕਟੀਵਿਟੀਜ਼, ਤੇ ਸ਼ਾਮ ਨੂੰ 4 ਵਜੇ ਮੈਂ ਗਰਾਊਂਡ ਦੇ ਵਿੱਚ, ਸਰ ਗਰਾਊਂਡ 'ਚ ਬੈਠੇ ਸੀਗੇ, ਮੈਨੂੰ ਬੁਲਾਇਆ, ਮੈਨੂੰ ਕਹਿੰਦੇ ਤੁਹਾਡੀ ਵੀ ਕੋਈ ਸਿਸਟਰ ਹੈਗੀਆਂ ਨੇ 2-3 ਹੋਰ? ਮੈਂ ਕਿਹਾ ਸਰ ਨਹੀਂ, ਮੈਂ ਤਾਂ ਸਿੰਗਲ ਹਾਂ। ਤੇ ਸਤਿਗੁਰ ਸਰ ਕਹਿੰਦੇ ਵੀ ਸਰ ਤੁਸੀਂ ਇਹ ਕਿਉਂ ਪੁੱਛ ਰਹੇ ਹੋ? ਕਹਿੰਦੇ ਇਹੀ ਕੁੜੀ ਸਵੇਰੇ ਸੀ, ਇਹੀ ਦੁਪਹਿਰ ਸੀ, ਇਹੀ ਸ਼ਾਮ ਨੂੰ ਆ, ਵੀ ਇਹ ਕੀ ਹੋ ਰਿਹਾ? ਸਰ ਕਹਿੰਦੇ ਵੀ ਨਹੀਂ ਸਰ, ਇਹ ਇੱਕ ਕੁੜੀ ਕ੍ਰਿਸ਼ਮਾ ਦਿਖਾ ਰਹੀ ਆ, ਵੀ ਇਹ ਕੋਈ ਜੁੜਵਾ ਸਿਸਟਰ ਨਹੀਂ ਆ। ਤਾਂ ਮੈਨੂੰ ਉੱਥੇ ਵੀ ਬਹੁਤ ਖੁਸ਼ੀ ਹੋਈ ਸੀ ਵੀ ਸੱਚਮੁੱਚ ਵੀ ਮੈਂ ਕੁਝ ਕਰ ਰਹੀ ਹਾਂ, ਵੀ ਵਧੀਆ, ਕਿਉਂਕਿ ਸਰ ਮੇਰਾ ਧਿਆਨ ਹੋਰ ਚੀਜ਼ਾਂ ਵੱਲ ਨਹੀਂ ਹੁੰਦਾ ਸੀ, ਮੈਨੂੰ ਇਹ ਹੁੰਦਾ ਸੀ ਮੈਂ ਇਹ ਕੰਮ ਕਰਨਾ ਤਾਂ ਕਰਨਾ। ਇਸੇ ਤਰ੍ਹਾਂ ਫਿਰ ਮੇਰੀਆਂ ਐਕਟੀਵਿਟੀਆਂ ਜਿਹੜੀਆਂ, ਫਿਰ ਮੈਂ ਸਪੋਰਟਸ ਲਾਈਨ ਤਾਂ ਛੱਡਤੀ ਸੀ ਕਿਉਂਕਿ ਸਰ ਜਦੋਂ ਉੱਥੇ ਪੋਜੀਸ਼ਨਾਂ ਆਉਂਦੀਆਂ ਸੀਗੀਆਂ, ਮੇਰੇ ਨਾਲ ਬਹੁਤ ਮਤਲਬ ਕਿ ਇਹ ਹੋਇਆ ਕਿ ਜਿੱਥੋਂ ਮੇਰੀ ਪੋਜੀਸ਼ਨ ਆਈ ਮੈਨੂੰ ਸਰਟੀਫਿਕੇਟ ਨਹੀਂ ਪ੍ਰੋਪਰ ਮਿਲੇ, ਕਿਉਂਕਿ ਮੇਰਾ ਲੈਵਲ ਸੀ, ਮੈਨੂੰ ਇਹ ਸੀਗਾ, ਮੇਰੇ ਫਾਦਰ ਸਾਹਿਬ ਦਾ ਮਤਲਬ ਕਿ ਜਿਹੜਾ ਸੁਪਨਾ ਸੀਗਾ ਪੁਲਿਸ ਲਾਈਨ ਦਾ ਸੀ, ਮੈਂ ਪੁਲਿਸ 'ਚ ਜੁਆਇਨ ਕਰਾਂ, ਸਬ ਇੰਸਪੈਕਟਰ ਜੁਆਇਨ ਕੀਤਾ। ਤਾਂ ਮੈਨੂੰ ਇਹ ਸੀ ਸਪੋਰਟਸ ਐਕਟੀਵਿਟੀਆਂ, ਮੈਨੂੰ ਇਹ ਸੁਪਨਾ ਪੂਰਾ ਕਰਨ ਵਿੱਚ ਮਦਦ ਕਰਨੀ ਆ, ਕਰਦੀਆਂ ਵੀ ਰਹੀਆਂ। ਪਰ ਜਿੱਥੋਂ ਸਾਨੂੰ ਲੈਵਲ ਹਾਈ 'ਚ ਪੋਜੀਸ਼ਨ ਮਿਲੀ ਸੀਗੀ, ਉੱਥੋਂ ਮੈਨੂੰ ਸਰਟੀਫਿਕੇਟ ਨਹੀਂ ਮਿਲੀ, ਕਿਉਂਕਿ ਹੁੰਦੇ ਹੀ ਆ ਖਾਲੀ ਸਰਟੀਫਿਕੇਟ ਆਉਂਦੇ ਅੱਗੇ ਵੇਚੇ ਜਾਂਦੇ ਆ। ਪਰ ਮੇਰੇ ਨਾਲ ਬਸ ਇਸ ਤੋਂ ਬਾਅਦ ਮੇਰਾ ਮਨ ਟੁੱਟ ਗਿਆ ਵੀ ਤੂੰ ਇੰਨੀ ਮਿਹਨਤ ਕਰਦੀ ਸੀ, ਤੇਰੇ ਫਾਦਰ ਸਾਹਿਬ ਤੈਨੂੰ ਆਪਣੇ ਤੋਂ ਦੂਰ ਰੱਖਦੇ ਹੁੰਦੇ ਸੀ, ਹੈ ਨਾ, ਵੀ ਤੇਰਾ ਕੁਛ ਨਹੀਂ ਬਣਿਆ। ਫਿਰ ਮੈਂ ਇੱਥੋਂ ਛੱਡਤਾ, ਫਿਰ ਮੈਂ ਸੋਚਿਆ ਕਲਚਰ ਐਕਟੀਵਿਟੀ ਵੱਲ ਦੇਖੀਏ। ਪਰ ਕਲਚਰ ਐਕਟੀਵਿਟੀ ਨੇ ਸਰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਵੀ ਦਿੱਤੀ ਆ, ਤੇ ਮੈਨੂੰ ਇਹ ਮੇਰੇ ਦਿਲ ਨੂੰ ਸਕੂਨ ਇਹ ਮਿਲਦਾ ਸੀ ਕਿ ਮੈਂ ਆਪਣੇ ਕਲਚਰ ਨੂੰ ਵੀ ਸੰਭਾਲ ਰਹੀ ਹਾਂ। ਜਿੱਦਾਂ ਹੁਣ ਅੱਜ ਦੀਆਂ ਕੁੜੀਆਂ ਨੇ, ਮੈਂ ਗਿੱਧਾ ਸਿਖਾ ਰਹੀ ਹਾਂ ਤਾਂ ਉਹ ਭੁੱਲ ਜਾਂਦੀਆਂ ਨੇ ਵੀ ਕੀ ਚੀਜ਼ ਹੈ, ਚੱਲ ਰਹੀ ਹੈ ਕੀ ਨਹੀਂ ਚੱਲ ਰਹੀ ਆ। ਕਿਰਨ, ਜਦੋਂ ਕੋਈ ਕੁੜੀ ਘਰੋਂ ਨਿਕਲਦੀ ਹੈ ਨਾ, ਖਾਸ ਕਰਕੇ ਜਿਸ ਪਿੰਡ ਤੂੰ ਪਲੀਆਂ, ਮੇਰਾ ਵੀ 2-4 ਕਿਲੋਮੀਟਰ ਦੂਰੀ ਪਿੰਡ ਹੈ ਨਾ, ਤੇ ਸਾਨੂੰ ਬੇਸ਼ੱਕ ਹਰ ਖੇਤਰ ਦੇ ਵਿੱਚ ਅੱਜ ਕੁੜੀਆਂ ਨੇ ਆਪਣੇ ਪੈਰ ਜਮਾਏ ਨੇ, ਮੁੰਡਿਆਂ ਨਾਲੋਂ ਵੱਧ ਨਾਮ ਚਮਕਾਇਆ, ਪਰ ਅਜੇ ਵੀ ਆਪਣੇ ਪਿੰਡਾਂ ਦੇ ਹਾਲਾਤ ਉਹ ਹੈਗੇ ਨੇ ਕਿ ਕੁੜੀ ਨੂੰ ਘਰੋਂ ਕੱਢਣ ਤੋਂ ਪਹਿਲਾਂ 100 ਵਾਰੀ ਪੇਰੈਂਟਸ ਸੋਚ ਰਹੇ ਨੇ। ਇਹਨਾਂ ਕੋਲ ਇੱਕ ਬਹਾਨਾ ਹੈਗਾ, ਹਾਲਾਤ ਮਾੜੇ ਨੇ। ਹਾਲਾਤ ਮਾੜੇ ਮਰਦਾਂ ਨੇ ਕੀਤੇ ਨੇ, ਬਿਲਕੁਲ ਬਿਲਕੁਲ ਸਰ, ਹੈ ਨਾ। ਕੀ ਇਹਨਾਂ ਉਂਝਾਂ ਦਾ ਤੈਨੂੰ ਸਾਹਮਣਾ ਕਰਨਾ ਪਿਆ? ਸਰ ਦੇਖੋ, ਮੈਂ ਤੁਹਾਨੂੰ ਪਹਿਲਾਂ ਦੱਸਾਂ, ਸਟਾਰਟਿੰਗ 'ਚੋਂ ਮੇਰੇ ਮਤਲਬ ਕਿ ਬ੍ਰਦਰ ਸੀਗੇ, ਮਤਲਬ ਕਿ ਉਹਨਾਂ ਨੂੰ ਇਹ ਹੁੰਦਾ ਨਾ ਵੀ ਇੱਕ ਚਲੋ ਨੌਜਵਾਨ ਲਾ ਲਓ, ਆਲੇ ਦੁਆਲੇ ਮੁੰਡੇ ਕਹਿ ਦਿੰਦੇ ਸੀ ਵੀ ਤੇਰੀ ਭੈਣ ਬਾਹਰ ਜਾਂਦੀ ਆ। ਇੱਕ ਵਾਰ ਮੈਨੂੰ ਯਾਦ ਆ ਕਿ ਮੈਂ ਸਾਈਕਲ 'ਤੇ ਜਾਂਦੀ ਹੁੰਦੀ ਸੀ ਸੈਦੇ ਵਾਲੇ, ਮੈਨੂੰ ਥੋੜਾ ਟਾਈਮ ਲੇਟ ਹੋ ਗਿਆ ਤੇ ਮੈਂ ਆਈ, ਉਹਨਾਂ ਨੇ ਸਾਈਕਲ ਫੜ ਕੇ ਮੇਰੇ ਥੱਪੜ ਮਾਰਿਆ। ਮੈਂ ਡਰੀ, ਮੈਂ ਰੋਈ, ਮੈਂ ਕਿਹਾ ਵੀ ਮੇਰੇ ਥੱਪੜ ਕਿਉਂ ਮਾਰਿਆ? ਦੇਖੋ ਗੇਟ ਤੋਂ ਬਾਹਰ ਮਾਰਿਆ, ਲੋਕ ਕੀ ਸੋਚਣਗੇ ਵੀ ਸ਼ਾਇਦ ਕੁਝ ਗਲਤ ਕਰਕੇ ਆਈ ਆ। ਮੈਂ ਆ ਕੇ ਬੈਠੀ ਤੇ ਮੈਂ ਰੋਈ ਬਹੁਤ ਜ਼ਿਆਦਾ। ਮੇਰੇ ਫਾਦਰ ਸਾਹਿਬ ਆਏ, ਉਹ ਮੈਨੂੰ ਕਹਿਣ ਲੱਗ ਗਏ ਵੀ, ਮੈਨੂੰ ਬੱਬੂ ਕਹਿੰਦੇ ਸੀ ਲਾੜ ਨਾਲ, ਉਹ ਕਹਿੰਦੇ ਬੱਬੂ ਪੁੱਤ ਤੂੰ ਕਿਉਂ ਐਵੇਂ ਰੋਈ ਜਾਂਦਾ? ਮੈਂ ਕਿਹਾ ਵੀ ਡੈਡੀ ਐਵੇਂ ਕਰਕੇ ਮੇਰੇ ਥੱਪੜ ਮਾਰਿਆ, ਵੀ ਮੇਰੀ ਗਲਤੀ ਦੱਸੋ ਵੀ ਕੀ ਆ। ਮੇਰੇ ਡੈਡੀ ਨੇ ਮੇਰੀ ਕੁਛ ਨਹੀਂ ਸੁਣੀ, ਪਹਿਲਾਂ ਉਹਨੂੰ ਬੁਲਾਇਆ, ਪਹਿਲਾਂ ਉਹਦੇ ਥੱਪੜ ਲਾਏ, ਕਹਿੰਦੇ ਮੇਰੀ ਗੱਲ ਸੁਣ, ਮੈਂ ਭੇਜੀ ਆ, ਤੁਸੀਂ ਨਹੀਂ ਭੇਜੀ, ਮੈਂ ਜ਼ਿੰਮੇਵਾਰ ਹਾਂ। ਜਦੋਂ ਮੈਂ ਬੈਠਿਆ ਵੀ, ਜਦੋਂ ਮੈਨੂੰ ਪਤਾ ਵੀ ਮੇਰਾ ਪੁੱਤ ਕੁਛ ਗਲਤ ਨਹੀਂ ਕਰ ਰਿਹਾ, ਵੀ ਤੂੰ ਹੁੰਦਾ ਕੌਣ ਉਹਦੇ ਥੱਪੜ ਮਾਰਨ ਵਾਲਾ? ਤਾਂ ਮੈਨੂੰ ਯਾਦ ਆ ਕਿ ਮੈਨੂੰ ਉੱਥੋਂ ਹੌਸਲਾ ਮਿਲਿਆ ਸੀ ਵੀ ਜਿਹੜਾ ਇਹਨੇ ਥੱਪੜ ਮਾਰਿਆ ਵੀ ਉਹ ਸ਼ਾਇਦ ਕੁਛ ਗਲਤ ਹੁੰਦਾ ਕੁੜੀਆਂ ਨਾਲ, ਵੀ ਤਾਂ ਮਾਰਿਆ। ਤਾਂ ਮੈਂ ਸੋਚਿਆ ਸੀ ਵੀ ਇਹ ਚੀਜ਼ ਵੱਲ ਨਹੀਂ ਜਾਣਾ ਆਪਾਂ ਕਦੇ, ਆਪਾਂ ਉਸ ਵੱਲ ਜਾਣਾ ਕਿ ਇਹ ਕਦੇ ਮਾਣ ਮਹਿਸੂਸ ਕਰੇ। ਉਸ ਥੱਪੜ ਦੀ ਰੜਕ ਮੈਨੂੰ ਅੱਜ ਤੱਕ ਪੈਂਦੀ ਰਹੀ ਸੀਗੀ, ਤੇ ਮੈਨੂੰ ਯਾਦ ਵੀ ਆਉਂਦਾ ਸੀ ਕਿ ਮੇਰੇ ਫਾਦਰ ਸਾਹਿਬ ਮੇਰੀ ਜਿਹੜੀ ਸਪੋਰਟ ਬਹੁਤ ਜ਼ਿਆਦਾ ਕਰਦੇ ਹੁੰਦੇ ਸੀ। ਉਹਨੂੰ ਝਿੜਕਦੇ ਸੀ ਵੀ ਅੱਜ ਤੋਂ ਬਾਅਦ ਕਿਤੇ ਜਾਵੇ ਤੂੰ ਰੋਕਣਾ ਨਹੀਂ। ਜੇ ਅਸੀਂ ਟੂਰ ਤੇ ਜਾਣਾ, ਮੇਰੇ ਬ੍ਰਦਰ ਨੇ ਰੌਲਾ ਪਾਉਣਾ ਵੀ ਨਹੀਂ ਕੁੜੀਆਂ ਨੂੰ ਨਹੀਂ ਭੇਜਦੇ, ਮੁੰਡੇ ਜਾਣਗੇ। ਪਰ ਮੇਰੇ ਫਾਦਰ ਨੇ ਜਦੋਂ ਮੇਰਾ ਵੀਰਾ ਸੋ ਜਾਣਾ, ਮੈਨੂੰ ਨਾਲ ਦੀ ਨਾਲ ਬੈਗ ਪੈਕ ਕਰਨਾ ਤੇ ਲੈ ਜਾਣਾ, ਮੇਰੀ ਫਰੈਂਡ ਕੇ ਘਰੇ ਛੱਡ ਆਉਣਾ ਵੀ ਤੂੰ ਇੱਥੋਂ ਜਾ। ਉੱਥੋਂ ਮੈਨੂੰ ਬਹੁਤ ਜ਼ਿਆਦਾ ਉਲਝਣਾ ਪੈਂਦੀਆਂ ਹੁੰਦੀਆਂ ਸੀ ਕਿ ਮੈਨੂੰ ਜਦੋਂ ਮੈਂ ਇਸ ਐਕਟੀਵਿਟੀਜ਼ ਵੱਲ ਜਾਂਦੀ, ਮੈਂ ਘਰੇ ਦੱਸਦੀ ਨਹੀਂ ਸੀ ਵੀ ਮੈਂ ਇਸ ਐਕਟੀਵਿਟੀ 'ਚ ਲੱਗੀ ਹਾਂ, ਕਿਉਂਕਿ ਮੈਨੂੰ ਇਹ ਡਰ ਹੁੰਦਾ ਵੀ ਸ਼ਾਇਦ ਮੈਨੂੰ ਰੋਕ ਨਾ ਦੇਣ। ਮੈਨੂੰ ਇੰਨਾ ਪਤਾ ਸੀ ਵੀ ਮੇਰੇ ਫਾਦਰ ਸਾਹਿਬ ਮੇਰੇ ਨਾਲ ਨੇ, ਪਰ ਮੈਨੂੰ ਹੋਰ ਨਾ ਕੋਈ ਰੋਕ ਦੇ, ਮੇਰੇ ਬ੍ਰਦਰ ਲਾ ਲਓ ਜਾਂ ਤਾਏ ਚਾਚਿਆਂ 'ਚੋਂ ਲਾ ਲਓ। ਪਰ ਨਹੀਂ, ਮੈਨੂੰ ਕਦੇ ਨਹੀਂ ਮਤਲਬ ਕਿ ਐਵੇਂ ਰੋਕਿਆ, ਹੈ ਨਾ। ਜਦੋਂ ਮੈਂ ਜਿੱਤ ਕੇ ਆਉਂਦੀ ਤਾਂ ਸਾਰੇ ਜਿਹੜਾ ਮਾਣ ਮਹਿਸੂਸ ਕਰਦੇ ਸੀ। ਮੈਨੂੰ ਯਾਦ ਹੈ 2016 ਦੇ ਵਿੱਚ ਮੈਂ ਫਰੀਦਕੋਟ ਧੀ ਪੰਜਾਬ ਦੀ ਅਵਾਰਡ ਹੋਇਆ ਪਹਿਲਾ, ਜਿਹਦੇ ਵਿੱਚ ਮੈਂ ਪਾਰਟੀਸਪੇਟ ਕੀਤਾ। ਮੈਂ ਉੱਥੇ ਬਹੁਤ ਡਰਦੀ ਸੀ, ਘੱਟੋ ਘੱਟ 20 ਕੁੜੀਆਂ ਸੀ ਜਿਹੜੀਆਂ ਮੇਰੇ ਤੋਂ ਹਾਈ ਲੈਵਲ ਦੀਆਂ ਸੀ, ਕਿ ਮੈਨੂੰ ਉਹਨਾਂ ਤੋਂ ਡਰ ਲੱਗਦਾ ਹੁੰਦਾ ਸੀ ਕਿ ਮੈਂ ਇਹਨਾਂ ਦੇ ਮੁਕਾਬਲੇ ਕੁਛ ਨਹੀਂ ਆ, ਕਿਉਂਕਿ ਉਹਨਾਂ ਨੇ ਲਗਾਤਾਰ 6-7 ਸਾਲ ਹੋ ਗਏ ਸੀ ਗਿੱਧਾ ਪਾਉਂਦਿਆਂ ਨੂੰ ਜਾਂ ਇਸ ਲਾਈਨ ਦੇ ਵਿੱਚ ਜੁੜਿਆਂ ਨੂੰ, ਪਰ ਮੈਨੂੰ ਹਜੇ ਸਾਲ ਜਾਂ 2 ਸਾਲ ਹੀ ਹੋਇਆ ਸੀਗਾ। ਜਦੋਂ ਮੈਂ ਐਕਟੀਵਿਟੀ ਕਰਨ ਗਈ ਉੱਥੇ ਮਤਲਬ ਕਿ ਸਟੇਜ 'ਤੇ ਪਹਿਲੀ ਪਰਫੋਰਮੈਂਸ ਸੀ, ਮੈਂ ਉਹ ਵੀ ਦਿੱਤੀ, ਸੈਕਿੰਡ ਦਿੱਤੀ, ਥਰਡ ਦਿੱਤੀ। ਜਦੋਂ ਚੌਥਾ ਸੀ ਸਾਡਾ ਡਾਂਸ ਰਾਊਂਡ ਸੀਗਾ, ਮੈਂ ਦਿੱਤਾ। ਪਰ ਮੈਨੂੰ ਸਾਰੇ ਕਹਿਣ ਵੀ ਤੂੰ ਫਸਟ ਆ,
ਮੈਂ ਸੋਚੀ ਜਾਵਾਂ ਵੀ ਨਹੀਂ, ਮੈਂ ਇਹਨਾਂ ਦੇ ਮੁਕਾਬਲੇ ਕੁਛ ਨਹੀਂ ਆ। ਪਰ ਮੇਰੇ ਅੰਦਰ ਹੁੰਦਾ ਸੀ ਹੌਸਲਾ ਵੀ, ਮੈਨੂੰ ਇਹ ਹੁੰਦਾ ਸੀ ਮੈਂ ਚੀਜ਼ ਕਰਨੀ ਆ। ਮੈਂ ਸਾਹਮਣੇ ਕਦੇ ਇਹ ਨਹੀਂ ਦੇਖਿਆ ਸੀ ਵੀ ਆਡੀਅנס ਬੈਠੀ ਆ। ਮੈਂ ਸੋਚਦੀ ਸੀ ਵੀ ਗਮਲੇ ਆ, ਬਸ ਮੈਂ ਇਹਨਾਂ ਨੂੰ ਖੁਸ਼ ਕਰਨਾ। ਵੀ ਗਮਲਿਆਂ ਦਾ ਮੂੰਹ ਬੰਦ ਹੁੰਦਾ, ਦੇਖੋ ਕਦੇ ਆਪਾਂ ਨੂੰ ਹੱਸਦੇ ਦਿਸਦੇ ਨਹੀਂ ਆ, ਪਰ ਮੈਂ ਮਹਿਸੂਸ ਕਰਦੀ ਸੀ ਕਿ ਮੈਂ ਉਹਨਾਂ ਗਮਲਿਆਂ ਵਿੱਚੋਂ ਖੁਸ਼ੀ ਲੱਭਣੀ ਆ ਜਦੋਂ ਮੈਂ ਕੋਈ ਵੀ ਚੀਜ਼ ਉੱਤੇ ਪਰਫਾਰਮੈਂਸ ਕਰਨੀ ਆ। ਤਾਂ ਮੈਂ ਜਦੋਂ ਉੱਥੋਂ ਵਿਨ ਕੀਤਾ ਤਾਂ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ। ਮੇਰੇ ਮਤਲਬ ਕਿ ਇੱਥੇ ਫੈਮਿਲੀ ਨੇ ਜਦੋਂ ਸਨਮਾਨਿਤ ਕੀਤਾ ਤਾਂ ਮੇਰੇ ਸਤੀ ਕੇ ਪਿੰਡ ਵਿੱਚੋਂ ਸਰਪੰਚ ਦਾ ਫੋਨ ਆਇਆ ਮੈਨੂੰ, ਕਹਿੰਦੇ ਬੇਟਾ ਤੂੰ ਜਿੱਤਿਆ, ਤੇਰੇ ਅਖਬਾਰ 'ਚ ਫੋਟੋ ਲੱਗੀ ਆ, ਪਰ ਤੂੰ ਕਦੇ ਸਾਨੂੰ ਭੁੱਲ ਗਈਆਂ ਵੀ ਸਾਨੂੰ ਫੋਨ ਤਾਂ ਕਰਦੀ, ਅਸੀਂ ਤੇਰਾ ਸਨਮਾਨਿਤ ਕਰਦੇ। ਮੈਂ ਸੋਚਿਆ ਵੀ ਅੱਗੇ ਤਾਂ ਕਦੇ ਮਤਲਬ ਕਿ ਐਵੇਂ ਦਾ ਕੁਝ ਹੋਇਆ ਨਹੀਂ ਵੀ, ਮਤਲਬ ਜੇ ਮੈਂ ਕੋਈ ਪੋਜੀਸ਼ਨ ਜਿੱਤੀ ਆ ਤਾਂ ਮੇਰੀ ਇੰਨੀ ਸਪੋਰਟ ਕਰ ਰਿਹਾ ਉਹ, ਜਾਂ ਮੇਰਾ ਤਾਂ ਮਾਣ ਮਹਿਸੂਸ ਕਰ ਰਿਹਾ। ਤਾਂ ਹਰ ਜਗ੍ਹਾ ਤੇ ਉਹ ਬੋਲਦੇ ਕਿ ਸਾਡੇ ਪਿੰਡ ਦੀ ਕੁੜੀ, ਸਾਨੂੰ ਦੱਸਿਆ ਨਹੀਂ ਇਹਨੇ, ਅਸੀਂ ਇਹਦਾ ਸਨਮਾਨਿਤ ਕਰਦੇ। ਪਰ ਮੈਂ ਸੋਚਿਆ ਵੀ ਹੁਣ ਮੈਂ ਨੈਕਸਟ ਟਾਈਮ ਜਾਊਂਗੀ, ਮੈਂ ਤੁਹਾਨੂੰ ਦੱਸ ਕੇ ਜਾਊਂਗੀ, ਤੁਸੀਂ ਕਰ ਲਿਓ। ਮੈਂ ਤੁਹਾਨੂੰ ਵਾਅਦਾ ਵੀ ਕਰਦੀ ਹਾਂ ਵੀ ਮੈਂ ਪੋਜੀਸ਼ਨ ਲੈ ਕੇ ਆਊਂਗੀ। ਫਿਰ ਸੈਕਿੰਡ ਟਾਈਮ 2017 ਦੇ ਵਿੱਚ ਲਗਾਤਾਰ 2 ਅਵਾਰਡ ਹੋਏ ਸੀ, ਨਵਾਂ ਸ਼ਹਿਰ ਤੇ ਹੁਸ਼ਿਆਰਪੁਰ ਵਿੱਚ। ਉੱਥੋਂ ਵੀ ਮੈਂ ਵਿਨ ਕੀਤਾ। ਉੱਥੇ ਸੋਨੇ ਦੀਆਂ ਸੱਗੀਆਂ ਲਗਾਤਾਰ ਜਿੱਤੀਆਂ ਨੇ, ਪ੍ਰਾਈਜ਼ ਵੀ, ਕੈਸ਼ ਪ੍ਰਾਈਜ਼ ਵੀ ਜਿੱਤਿਆ। ਤਾਂ ਉੱਥੋਂ ਮਤਲਬ ਕਿ ਮੇਰੇ ਫੈਮਿਲੀ ਨੂੰ ਮੈਂ ਫੋਨ ਕਰਨਾ ਫਿਰ ਭੁੱਲ ਗਈ, ਕਿਉਂਕਿ ਜਿੱਤ ਕੇ ਮੈਨੂੰ ਇਹ ਆਪਾਂ ਨੂੰ ਇਹ ਹੁੰਦਾ ਸੀ ਮੈਂ ਨਹੀਂ ਚਾਹੁੰਦੀ ਵੀ ਮੇਰਾ ਕੋਈ ਅੱਗੋਂ ਹਾਰ ਪਾਵੇ। ਮੈਨੂੰ ਇਹ ਹੁੰਦਾ ਸੀ ਬਸ ਮੈਂ ਜਿੱਤੀ, ਮੈਨੂੰ ਖੁਸ਼ੀ ਮਿਲ ਗਈ, ਮੇਰੀ ਫੈਮਿਲੀ ਨੂੰ ਮਿਲ ਗਈ। ਮੇਰੇ ਫਾਦਰ ਸਾਹਿਬ ਦੀ ਡੈਥ 2012 ਦੇ ਵਿੱਚ ਹੋ ਗਈ ਸੀਗੀ। ਮੈਨੂੰ ਇਸ ਤੋਂ ਬਾਅਦ ਇਹ ਹੁੰਦਾ ਸੀ ਵੀ ਜੋ ਉਹਨਾਂ ਦਾ ਸੁਪਨਾ ਹੈ ਮੈਂ ਉਹ ਪੂਰਾ ਕਰਨਾ। ਕਲਚਰ ਐਕਟੀਵਿਟੀਜ਼ ਦੇ ਵਿੱਚ ਮੈਂ ਇਨਾਮ ਜਿੱਤਿਆ। ਮੈਂ ਜਦੋਂ ਵੀ ਇਨਾਮ ਜਿੱਤਦੀ ਮੇਰੇ ਮਨ 'ਚ ਇਹ ਹੁੰਦਾ ਸੀ ਕਿ ਅੱਜ ਸ਼ਾਇਦ ਉਹਨਾਂ ਨੂੰ ਖੁਸ਼ੀ ਮਿਲ ਰਹੀ ਆ, ਕਿ ਜਿਹੜੇ ਰਾਹ ਤੋਂ ਉਹਨਾਂ ਨੇ ਮੈਨੂੰ ਕਦੇ ਰੋਕਿਆ ਨਹੀਂ ਸੀ, ਮੈਂ ਉਹ ਰਾਹ 'ਚ ਚੱਲ ਪਈ ਹਾਂ ਅਤੇ ਉਹਦੇ ਵਿੱਚ ਮੈਨੂੰ ਜਿਹੜੀਆਂ ਸਫਲਤਾ ਮਿਲ ਰਹੀਆਂ ਨੇ। ਤਾਂ ਮੈਨੂੰ ਇਹ ਚੀਜ਼ ਦਾ ਬਸ ਉਦੋਂ ਆਇਆ ਸੀ, ਇਸ ਤੋਂ ਬਾਅਦ ਕਦੀ ਨਹੀਂ ਸਰ। ਜਦੋਂ ਮੇਰੀਆਂ ਪੋਜੀਸ਼ਨਾਂ ਆਉਣ ਲੱਗ ਗਈਆਂ ਮੈਨੂੰ ਕਦੀ ਕਿਸੇ ਨੇ ਨਹੀਂ ਰੋਕਿਆ। ਅੱਜ ਮੇਰੇ ਘਰ ਦੇ ਵਿੱਚ ਤੁਸੀਂ ਕਦੇ ਵੀ ਜਾਓ ਤਾਂ ਦੇਖੋ ਕਿ ਮੇਰੀਆਂ ਹੀ ਫੋਟੋਆਂ ਮਿਲਣਗੀਆਂ ਮੇਰੀ ਕਲਚਰ ਐਕਟੀਵਿਟੀ ਵਾਲੀਆਂ। ਮੇਰੇ ਪ੍ਰਾਈਜ਼ ਮੇਰੇ ਬ੍ਰਦਰ ਨੇ ਮਤਲਬ ਕਿ ਪੂਰੇ ਸੰਭਾਲ ਕੇ ਰੱਖੇ ਹੋਏ ਆ, ਪੂਰੇ ਪੈਕ ਕੀਤੇ ਹੋਏ ਆ ਡਿਜ਼ਾਈਨ ਨਾਲ, ਮੈਡਲ ਵਗੈਰਾ ਜਾਂ ਮੇਰੀਆਂ ਜੋ ਟਰਾਫੀਆਂ ਨੇ। ਮੈਂ ਉੱਥੋਂ ਲੈ ਕੇ ਵੀ ਆਈ ਸੀ ਵੀ ਮੈਂ ਆਪਣੀਆਂ ਟਰਾਫੀਆਂ ਦੂਸਰੇ ਘਰ ਵਿੱਚ ਰੱਖਾਂ ਨਾ, ਪਰ ਨਹੀਂ, ਮੈਨੂੰ ਮਤਲਬ ਕਿ ਮੇਰਾ ਬ੍ਰਦਰ ਕਹਿੰਦਾ ਵੀ ਨਹੀਂ, ਇਹ ਸਾਡੇ ਘਰ 'ਚ ਜਿੱਤੀਆਂ ਸੀ ਤਾਂ ਇੱਥੇ ਹੀ ਰਹਿਣਗੀਆਂ। ਤਾਂ ਅੱਜ ਉਹਨਾਂ ਨੇ ਸੰਭਾਲ ਕੇ ਰੱਖੀਆਂ ਤਾਂ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਆ। ਕੋਈ ਲੋਕ ਰੰਗ ਹੋ ਜੇ ਹਨਾ ਜਿਹੜਾ ਤੈਨੂੰ ਪਸੰਦ ਹੈ? ਮੈਨੂੰ ਅਸਲ 'ਚ ਸਰ ਰਵਾਇਤੀ ਲੋਕ ਗੀਤ ਦੇ ਵਿੱਚੋਂ ਜਿਹੜਾ ਇੱਕ ਬਾਵਲ ਨਾਲ ਇੱਕ ਮਾਣ ਨਾਲ ਗੀਤ ਹੈ ਉਹ ਪਸੰਦ ਹੈ। ਗਾੜ ਗੜੀ ਰੇ ਬਾਲਿਆ ਗੜਾ ਹਾਲੜੇ ਹਾਲੜੇ ਤੋਰ ਵੇ ਨਰਾਹਾਂ ਦੇ ਡੂੰਘੇ ਨੇ ਪਾਂਦ ਵੇ ਮਾਮਾ ਮਿਲਿਆ ਤੋਂ ਚੜ ਜਾਂਦਾ ਰੰਗ ਵੇ ਕਿਤੋਂ ਆ ਮਿਲ ਮਾਏ ਨੀ ਮੇਰੀ ਲੰਮੇ ਪਏ ਨੇ ਵਿਛੜੇ ਰਾਣੀਏ ਲੰਮੇ ਪਏ ਨੇ ਵਿਛੜੇ। ਅਸਲ 'ਚ ਸਰ ਇਹ ਮਤਲਬ ਕਿ ਮੈਨੂੰ ਬਹੁਤ ਇਸ ਗੀਤ ਦੇ ਵਿੱਚ ਮੇਰਾ ਰੋਣ ਨਿਕਲ ਜਾਂਦਾ। ਮੈਂ ਬਹੁਤ ਘੱਟ ਗਾਉਣੀ ਆ ਕਿਉਂਕਿ ਇਹਦੇ ਵਿੱਚ ਇਹ ਹੁੰਦਾ ਮੈਂ ਮਾਂ ਵਾਲਾ ਗਾ ਲਿਆ, ਪਰ ਮੈਂ ਬਾਵਲ ਵਾਲਾ ਜਿਹੜਾ ਬਹੁਤ ਘੱਟ ਗਾ ਕੇ ਖੁਸ਼ ਹਾਂ, ਕਿਉਂਕਿ ਕਿਤੇ ਨਾ ਕਿਤੇ ਆਪਾਂ ਨੂੰ ਕੁਛ ਕਮੀਆਂ ਹੋ ਜਾਂਦੀਆਂ ਨੇ ਜਿਹੜੀਆਂ ਯਾਦ ਆਉਂਦੀਆਂ ਨੇ। ਪਰ ਮੈਂ ਇਹ ਗੀਤ ਨੂੰ ਬਹੁਤ ਲਾਈਕ ਕਰਦੀ ਹਾਂ ਕਿ ਮੇਰਾ ਦਰਦ ਹੈ ਜਿਹੜਾ ਮੈਂ ਇਸ ਗੀਤ ਰਾਹੀਂ ਹੀ ਬਿਆਨ ਕਰਦੀ ਹਾਂ। ਕਿਰਨ ਨੇ ਸ਼ਾਰਟ ਮੂਵੀਜ਼ ਫਿਲਮਾਂ ਵਾਲੇ ਪਾਸੇ ਪੈਰ ਧਰਿਆ ਸੀ, ਅਨਮੋਲ ਗਗਨ ਮਾਨ ਦੇ ਗਾਣੇ 'ਚ ਆਈ, ਗਾਣੇ ਵਾਲੇ ਪਾਸੇ ਪਈ ਸੀ। ਉਧਰ ਰੋਜੀ ਰੋਟੀ ਨਹੀਂ ਮਿਲੀ ਜਾਂ ਕਿਰਨ ਨੂੰ ਮਜਬੂਰੀ 'ਚ ਲਾਇਬ੍ਰੇਰੀ ਦੀ ਨੌਕਰੀ ਕਰਨੀ ਪੈ ਰਹੀ ਹੈ? ਨਹੀਂ ਸਰ, ਅਸਲ 'ਚ ਮੇਰਾ ਜਿਹੜਾ ਕਲਚਰ ਜਾਂ ਫਿਲਮ ਇੰਡਸਟਰੀ 'ਚ ਮੇਰਾ ਇੱਕ ਸ਼ੌਂਕ ਆ, ਇੱਕ ਪੈਸ਼ਨ ਹੈ। ਇਹ ਲਾ ਲਓ ਲਾਇਬ੍ਰੇਰੀ ਦਾ ਮੈਂ ਦੇਖੋ ਕੋਰਸ ਕੀਤਾ, ਬੀਲੀਵ ਐਮਲੀਵ ਕੀਤੀ ਆ, ਤਾਂ ਇਹ ਇੱਕ ਮੇਰਾ ਪ੍ਰੋਫੈਸ਼ਨਲ ਹੋ ਗਿਆ ਕਿ ਹੁੰਦਾ ਨਾ ਵੀ ਆਪਾਂ ਇੱਕ ਆਪਣਾ ਘਰ ਚਲਾਉਣਾ ਹੈ। ਦੇਖੋ ਕਮੀ ਕਾਸੇ ਦੀ ਨਹੀਂ ਹੁੰਦੀ, ਪਰ ਆਪਾਂ ਨੂੰ ਇਹ ਹੁੰਦਾ ਕਿ ਆਪਾਂ ਘਰ 'ਚ ਬੈਠੇ ਬੋਰ ਹੋ ਜਾਣਾ, ਕਿਉਂਕਿ ਮੈਂ ਘਰ 'ਚ ਨਹੀਂ ਬੈਠ ਸਕਦੀ। ਮੈਨੂੰ ਇਹ ਹੁੰਦਾ ਮੈਂ ਕੋਈ ਨਾ ਕੋਈ ਨਵੀਂ ਚੀਜ਼ ਕਰਦੀ ਰਹਾਂ। ਬਟ ਮੈਂ ਇੱਥੇ ਯੂਨੀਵਰਸਿਟੀ ਕਾਲਜ ਬਹਾਦਰਪੁਰ ਦੇ ਵਿੱਚ ਆਈ। ਇੱਥੇ ਆ ਕੇ ਮੈਨੂੰ ਡਾਕਟਰ ਬਲਦੇਵ ਸਿੰਘ ਦੋਦੜਾ ਨੇ ਜਿਹੜੀ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ ਹੈ ਕਿ ਇਹਨਾਂ ਨੇ ਮੈਨੂੰ ਜਿਹੜੀਆਂ ਐਕਟੀਵਿਟੀ ਨੇ ਮੇਰੀਆਂ ਕਲਚਰ ਨਾਲ ਰਿਲੇਟਡ ਮੈਨੂੰ ਕਦੇ ਰੋਕਿਆ ਨਹੀਂ। ਮੈਂ ਨਾਲ ਨਾਲ ਆਪਣਾ ਜਿਹੜਾ ਲਾਇਬ੍ਰੇਰੀ ਦਾ ਵਰਕ ਕਰ ਰਹੀ ਹਾਂ। ਮੈਨੂੰ ਜੇ ਕਦੀ ਫਿਲਮ ਇੰਡਸਟਰੀ ਦਾ ਕੋਈ ਫਿਲਮ ਸ਼ੂਟ ਕਰਨਾ ਹੁੰਦਾ, ਮੈਨੂੰ ਮੌਕਾ ਮਿਲਦਾ ਜਾਣ ਦਾ, ਤਾਂ ਮੈਨੂੰ ਸਰ ਕਦੇ ਮਨਾ ਨਹੀਂ ਕੀਤਾ।
ਕਿਉਂਕਿ ਮੈਨੂੰ ਲੱਗਦਾ ਵੀ ਸ਼ਾਇਦ ਉਹ ਵੀ ਇਸ ਪ੍ਰੋਫੈਸ਼ਨਲ ਨਾਲ ਨੇ, ਸਾਰੇ ਜਾਣਦੀ ਨੇ ਉਹਨਾਂ ਨੂੰ ਕਿ ਉਹ ਥੀਏਟਰ ਨਾਲ ਰਿਲੇਟਡ ਨੇ, ਤਾਂ ਉਹ ਸ਼ਾਇਦ ਮੇਰੇ ਮਨ ਦੇ ਭਾਵਾਂ ਨੂੰ ਜਿਹੜੇ ਜਾਣਦੇ ਆ। ਮੈਂ ਅਸਲ 'ਚ ਇਸ ਤੋਂ ਬਾਅਦ ਜਿਵੇਂ ਪਾਲ ਸਿੰਘ ਸਮਾਓ ਹੋ ਗਏ, ਸਾਗਰ ਸੁਰਿੰਦਰ ਹੋ ਗਏ, ਜਦੋਂ ਮੈਂ ਇਸ ਕਾਲਜ ਵਿੱਚ ਆਈ ਹਾਂ ਤਾਂ ਮੈਂ ਇਹਨਾਂ ਨੂੰ ਆਪਣਾ ਗੁਰੂ ਮੰਨਿਆ, ਕਿਉਂਕਿ ਇਹਨਾਂ ਨੇ ਮੈਨੂੰ ਕਦੀ ਰੋਕਿਆ ਨਹੀਂ ਹੈਗਾ। ਮੈਨੂੰ ਜੇ ਕੋਈ ਹੁੰਦਾ, ਇਹਨਾਂ ਨੇ ਮੇਰਾ ਗੀਤ ਆਇਆ ਡਾਕਟਰ ਜਿਹੜਾ ਅਨਮੋਲ ਗਗਨ ਮਾਨ ਨਾਲ ਸੀਗਾ, ਜਦੋਂ ਕਿ ਮੈਂ ਇਹਨਾਂ ਨੂੰ ਸਰ ਨੂੰ ਦਿਖਾਇਆ ਤਾਂ ਇਹਨਾਂ ਨੇ ਮੇਰੀਆਂ ਵਿੱਚੋਂ ਗਲਤੀਆਂ ਵੀ ਫੜੀਆਂ ਕਿ ਕਿੱਥੇ ਮੈਂ ਗਲਤ ਕੀਤਾ, ਤਾਂ ਇਹਨਾਂ ਨੇ ਮੈਨੂੰ ਦੱਸਿਆ। ਮੈਨੂੰ ਸੱਚੀ ਲੋਕ ਹੁੰਦੇ ਦੁਖੀ ਵੀ ਮੇਰੀ ਗਲਤੀ ਕਿਉਂ ਫੜੀ, ਪਰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋਈ ਕਿ ਇਹਨਾਂ ਨੇ ਮੈਨੂੰ ਦੱਸਿਆ ਵੀ ਕਿਰਨ ਤੁਸੀਂ ਇੱਥੇ ਗਲਤ ਨਹੀਂ ਕਰ ਰਹੇ ਸੀ। ਤਾਂ ਮੈਨੂੰ ਖੁਸ਼ੀ ਮਹਿਸੂਸ ਹੋਈ ਵੀ ਦੇਖੋ ਵੀ ਇਹਨਾਂ ਨੇ ਸਹੀ ਨਜ਼ਰ ਨਾਲ ਦੇਖਿਆ, ਇਹ ਅਸਲ ਬੰਦੇ ਆ ਜਿਨ੍ਹਾਂ ਨੂੰ ਇਹ ਚੀਜ਼ ਦੀ ਜਾਂਚ ਆ। ਗਲਤੀ ਦਾ ਪੋਜ਼ਿਟਿਵ ਪੱਖ ਇਹ ਵੀ ਹੁੰਦਾ ਹੈ, ਲੋਕ ਤੁਹਾਨੂੰ ਦੇਖ ਰਹੇ ਨੇ, ਦੇਖੂਗਾ ਤਾਂ ਧਿਆਨ ਮੈਂ ਖੁਸ਼ੀ ਮਹਿਸੂਸ ਹੋਈ ਵੀ ਇਹਨਾਂ ਨੇ ਮੈਨੂੰ ਪੂਰੀ ਰੀਝ ਨਾਲ ਦੇਖਿਆ, ਤਾਂ ਉਹਦੇ ਵਿੱਚ ਮੈਨੂੰ ਇਹ ਵੀ ਹੋਈ ਵੀ ਜਿਹੜੀ ਇਹਨਾਂ ਨੇ ਮੈਨੂੰ ਗਲਤੀ ਦੱਸੀ ਆ ਮੈਂ ਦੁਬਾਰਾ ਨਹੀਂ ਕਰੂੰਗੀ। ਇਸ ਤੋਂ ਬਾਅਦ ਸਰ ਮੇਰੀ ਸੁੱਚਾ ਸੂਰਮਾ ਮੂਵੀ ਜਿਹੜੀ ਹੁਣ ਰਿਲੀਜ਼ ਹੋਣੀ ਆ ਹਜੇ, ਬੱਬੂ ਮਾਨ ਨਾਲ ਉਹ ਮੂਵੀ ਆ, ਮੇਰਾ ਵਧੀਆ ਰੋਲ ਆ ਉਹਦੇ ਵਿੱਚ। ਤਾਂ ਮੈਨੂੰ ਉੱਥੇ ਜਦੋਂ ਅਸੀਂ ਗਏ ਸਰ, ਸਾਡਾ ਜਾਗੋ ਦਾ ਸੈੱਟ ਸੀਗਾ, ਉੱਥੇ ਜਾਗੋ ਕੱਢਣੀ ਸੀ ਰਾਤ ਦੀ। ਮੈਂ ਜਦੋਂ ਗਈ, ਅਸੀਂ ਤੁਸੀਂ ਯਕੀਨ ਨਹੀਂ ਮੰਨੋ, ਉਹੀ ਗੱਲ ਵੀ ਜੇ ਮੈਂ ਸਕੂਲਾਂ ਦੇ ਵਿੱਚ ਮੱਥਾ ਟੇਕਦੀ ਸੀ ਤਾਂ ਮੈਂ ਉੱਥੇ ਸੈੱਟ 'ਤੇ ਮੱਥਾ ਟੇਕਿਆ ਵੀ ਇੱਥੇ ਵੀ ਮੇਰਾ ਕੁਛ ਨਾਮ ਬਣ ਕੇ ਜਾਵੇ। ਤੁਸੀਂ ਯਕੀਨ ਨਹੀਂ ਮੰਨਣਾ, ਅੱਜ ਅਮਿਤੋਜ ਮਾਨ ਜਿਹੜੇ ਉਹ ਫਿਲਮ ਦੇ ਡਾਇਰੈਕਟਰ ਸੀਗੇ, ਮਤਲਬ ਕਿ ਮੈਂ ਜੇ ਅੱਜ ਉਹਨਾਂ ਨੂੰ ਫੋਨ ਲਾਵਾਂ ਮੈਂ ਕਿਰਨ ਹੀ ਕਹੂੰਗੀ ਤਾਂ ਉਹ ਮੈਨੂੰ ਫੱਟ ਦੇਣੇ ਕਹਿਣਗੇ ਵੀ ਹਾਂ ਕਿਰਨ ਪੁੱਤ ਦੱਸੋ। ਬੱਬੂ ਮਾਨ ਜਿਹਨੂੰ ਲੋਕ ਬਹੁਤ ਪਸੰਦ ਕਰਦੇ ਆ, ਮੈਨੂੰ ਅੱਜ ਖੁਸ਼ੀ ਇਹ ਹੁੰਦੀ ਆ ਕਿ ਮੈਂ ਉਹਨੂੰ ਜੇ ਕਦੇ ਫੋਨ ਕਰਾਂ, ਵੈਸੇ ਨੰਬਰ ਨਹੀਂ ਆਪਣੇ ਕੋਲ ਨਹੀਂ ਹੁੰਦਾ, ਪਰ ਜੇ ਮੈਂ ਕਦੇ ਦੂਰੋਂ ਵੀ ਉਹਨਾਂ ਨੂੰ ਮਿਲਾਂ ਉਹਨਾਂ ਨੇ ਮੈਨੂੰ ਪਹਿਚਾਣ ਲੈਣਾ। ਕਿਉਂਕਿ ਸਰ ਉੱਥੇ ਮੇਰਾ ਨਾਮ ਇੰਨਾ ਬਣ ਗਿਆ ਸੀ ਕਿ ਮਾਈਕ ਦੇ ਵਿੱਚ ਜੇ ਮੈਂ 2 ਮਿੰਟ ਲਈ ਵੀ ਸਾਈਡ ਤੇ ਜਾਂਦੀ ਸੀ ਨਾ ਸੈੱਟ ਤੋਂ, ਤਾਂ ਮਾਈਕ ਦੇ ਵਿੱਚ ਕਿਰਨ ਦੀ ਆਵਾਜ਼ ਆਉਂਦੀ ਸੀ। ਤਾਂ ਸਾਰੇ ਮੇਰੇ ਮਤਲਬ ਕਿ ਸਾਰੀ ਫੈਮਿਲੀ ਵੀ ਬਹੁਤ ਖੁਸ਼ ਹੁੰਦੀ, ਜਿਹੜੀ ਮੇਰੇ ਨਾਲ ਗਏ ਸੀ, ਮੇਰੀਆਂ ਫਰੈਂਡਸ ਗਈਆਂ ਸੀ, ਵੀ ਕਿਰਨ ਕੀ ਗੱਲ ਆ ਵੀ ਜਿਹੜੇ ਤੇਰਾ ਇੱਥੇ ਵੀ ਨਾਮ ਇੰਨਾ ਚਮਕਾਈ ਜਾਂਦੇ ਆ, ਵੀ ਬੋਲੀ ਜਾਂਦੇ ਆ ਵੀ ਕਿਰਨ ਆ ਜਾ। ਮੈਨੂੰ ਉੱਥੇ ਜਦੋਂ ਮੈਂ ਡਾਇਰੈਕਟਰ ਸਰ ਕੋਲ ਜਾਂਦੀ ਹਾਂ, ਅਮਿਤੋਜ ਸਰ ਕੋਲ, ਹਾਂਜੀ ਸਰ ਦੱਸੋ ਕਿਵੇਂ ਆਵਾਜ਼ ਮਾਰੀ, ਕਿਰਨ ਜੋ ਤੇਰੇ ਬਿਨਾਂ ਸਰਦਾ ਨਹੀਂ ਆ, ਫਿਰ ਤੂੰ ਕਿਉਂ ਜਾਂਦੀ ਆ। ਤਾਂ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਵੀ ਪਰਮਾਤਮਾ ਤੂੰ ਮੇਰੇ ਸਿਰ ਤੇ ਐਵੇਂ ਹੱਥ ਰੱਖੀ ਹੈ ਨਾ, ਵੀ ਮੈਂ ਐਵੇਂ ਬੁਲੰਦੀਆਂ ਛੂਹਾਂ। ਤਾਂ ਮੈਨੂੰ ਹੁੰਦਾ ਵੀ ਮਾਣ ਮਹਿਸੂਸ ਹੁੰਦਾ ਕਿ ਮੈਂ ਐਡੇ ਫੇਮਸ ਕਲਾਕਾਰਾਂ ਨਾਲ ਕੰਮ ਕੀਤਾ, ਜਿਵੇਂ ਕਿ ਆਪਣੇ ਸਰਬਜੀਤ ਚੀਮਾ ਸਰ ਨੇ, ਉਹ ਅੱਜ ਵੀ ਸਾਡੀ ਗੱਲਬਾਤ ਹੋ ਜਾਂਦੀ ਹੈ ਫੋਨ ਤੇ, ਫੋਰਨ ਕੰਟਰੀ ਦੇ ਵਿੱਚ ਬੈਠੇ ਆ, ਤਾਂ ਉਹ ਮੈਨੂੰ ਕਦੇ ਕਹਿੰਦੇ ਹੁੰਦੇ ਆ ਵੀ ਤੂੰ ਇੱਥੇ ਆ ਤਾਂ ਸਾਡੀ ਅਕੈਡਮੀ ਨੂੰ ਸੰਭਾਲੇ, ਕਿਉਂਕਿ ਉੱਥੇ ਵੀ ਤੁਹਾਨੂੰ ਪਤਾ ਵੀ ਆਪਣੇ ਜਿਹੜੇ ਕੈਨੇਡਾ ਸ਼ਹਿਰ ਦੇ ਵਿੱਚ, ਆਪਣੀ ਸਿਟੀ ਦੇ ਵਿੱਚ ਬਹੁਤ ਘੱਟ ਨੇ ਕਲਚਰ ਨਾਲ ਸੰਬੰਧਿਤ ਲੋਕ। ਤਾਂ ਉਹਨਾਂ ਨੂੰ ਇਹ ਹੁੰਦਾ ਵੀ ਜਿਹੜੀ ਇਹ ਕਲਚਰ ਦੀ ਹੈ ਇਹਨਾਂ ਨੂੰ ਅਸੀਂ ਨਾਲ ਲੈ ਕੇ ਜਾਈਏ। ਉਹਨਾਂ ਨੇ ਗਿੱਧਾ ਅਕੈਡਮੀ, ਭੰਗੜਾ ਅਕੈਡਮੀ ਸ਼ੁਰੂ ਕੀਤੀ ਹੋਈ ਆ, ਤਾਂ ਉਹ ਕਹਿੰਦੇ ਆ ਵੀ ਤੂੰ ਇੱਥੇ ਆ, ਅਸੀਂ ਇੱਥੇ ਤੈਨੂੰ ਰਹਿਣ ਲਈ ਵੀ ਦੇਵਾਂਗੇ, ਭੰਗੜਾ ਅਕੈਡਮੀ ਜਿਹੜੀ ਗਿੱਧਾ ਅਕੈਡਮੀ ਉਹਨੂੰ ਜੁਆਇਨ ਕਰ। ਤਾਂ ਮੈਨੂੰ ਇਹ ਕਦੇ ਕਦੇ ਹੁੰਦਾ ਵੀ ਜੋ ਮੈਂ ਇੱਥੇ ਲੋਕਾਂ ਨੂੰ ਸਿਖਾ ਰਹੀ ਹਾਂ, ਕਾਸ਼ ਮੈਂ ਉੱਥੇ ਵੀ ਜਾ ਕੇ ਸਿਖਾਵਾਂ। ਮੇਰੀ ਕੋਸ਼ਿਸ਼ ਹੈ ਕਿ ਮੇਰਾ ਇਹ ਸੁਪਨਾ ਜਿਹੜਾ ਬਹੁਤ ਜਲਦੀ ਹੀ ਪੂਰਾ ਹੋਊਗਾ, ਮੈਂ ਉੱਥੇ ਜਾ ਕੇ ਵੀ ਸਿਖਾਵਾਂ। ਜਿਹੜੇ ਪਿੰਡ ਨੂੰ ਬੱਸ ਇੱਕ ਜਾਂਦੀ ਹੋਵੇ ਤੇ ਉਸ ਪਿੰਡ ਦੀ ਕੁੜੀ ਜਹਾਜ਼ਾਂ ਦੀ ਸੈਰ ਕਰਕੇ ਆਉਂਦੀ ਹੈ, ਵਿਦੇਸ਼ਾਂ ਦੇ ਵਿੱਚ ਗਿੱਧੇ ਦੇ ਰੰਗ ਬਖੇਰ ਕੇ ਆਉਂਦੀ ਹੈ, ਕੀ ਕਹੇਂਗੀ? ਸਰ ਦੇਖੋ, ਗੱਲ ਹੁੰਦੀ ਹੈ ਕਿ ਆਪਣੇ ਪਿੰਡਾਂ ਦੇ ਵਿੱਚ ਇਹ ਮੌਕਾ ਨਹੀਂ ਮਿਲਦਾ, ਬਹੁਤ ਘੱਟ ਮਿਲਦਾ, ਪਰ ਮੇਰੀ ਕਲਚਰ ਐਕਟੀਵਿਟੀ ਨੇ ਮੈਨੂੰ ਬਾਹਰ ਜਾਣ ਦਾ ਮੌਕਾ ਦਿੱਤਾ, ਜਿੱਥੇ ਮੈਂ ਆਪਣੇ ਪੂਰੇ ਇੰਡੀਆ ਨੂੰ ਜਿਹੜਾ ਗਾ ਪ੍ਰਮੋਟ ਕਰਨਾ ਸੀਗਾ। ਜਿੱਦਾਂ ਕਿ ਹੁਣ ਤੁਸੀਂ ਦੇਖੋ, ਮੈਂ ਰੂਸ ਦੇ ਵਿੱਚ, ਰਸ਼ੀਆ ਦੇ ਵਿੱਚ ਗਈ ਹਾਂ। ਉੱਥੇ ਕੀ ਹੁੰਦਾ ਸੀ, ਸਾਡਾ ਪੂਰਾ ਇੰਡੀਆ ਲੈਵਲ ਦਾ ਕੰਪੀਟੀਸ਼ਨ ਸੀ, ਜਿਹਦੇ ਵਿੱਚ ਫੋਰਨ ਕੰਟਰੀਆਂ, ਕੈਨੇਡਾ, USA, ਜਿੰਨੀਆਂ ਵੀ ਕੰਟਰੀਆਂ ਨੇ ਆਪਣੀਆਂ ਸਾਰੀਆਂ ਨੇ ਪਾਰਟੀਸਪੇਟ ਕੀਤਾ ਸੀ। ਤੇ ਮੈਂ ਖੁਸ਼ੀ ਮਹਿਸੂਸ ਕਰਦੀ ਹਾਂ ਕਿ ਉੱਥੇ ਜਾ ਕੇ ਵੀ ਮੈਂ ਜਿਹੜਾ 골ਡ ਮੈਡਲ ਜਿੱਤਿਆ ਗਿੱਧੇ ਦੇ ਵਿੱਚੋਂ, ਸਾਡੇ ਡਰੈਸਅਪ ਦੇ ਵਿੱਚੋਂ, ਸਾਡੇ ਜਿਹੜੇ ਸਾਜ਼ ਨੇ, ਸਾਡੇ ਜਿਹੜੇ ਲੋਕ ਗੀਤ ਨੇ, ਲੋਕ ਰੰਗਾਂ ਦੇ ਵਿੱਚੋਂ। ਤਾਂ ਮੈਨੂੰ ਬਹੁਤ ਖੁਸ਼ੀ ਮਿਲਦੀ ਆ ਕਿ ਮੈਂ ਆਪਣੇ ਜਿਹੜੇ ਰੰਗ ਨੇ ਉਹ ਫੋਰਨ ਕੰਟਰੀਆਂ ਦੇ ਵਿੱਚ ਵੀ ਦਿਖਾਏ ਆ। ਤਾਂ ਇਹੀ ਮੁਕਾਮ ਹੁੰਦਾ ਕਿ ਆਪਾਂ ਛੋਟੇ ਲੈਵਲ ਤੋਂ ਉੱਪਰ ਜਾਂਦੇ ਹਾਂ ਤਾਂ ਆਪਾਂ ਨੂੰ ਬਹੁਤ ਖੁਸ਼ੀ ਮਿਲਦੀ ਹੈ, ਤੇ ਆਪਣੇ ਜੋ ਪੇਰੈਂਟਸ ਨੇ ਉਹਨਾਂ ਨੂੰ ਵੀ ਬਹੁਤ ਖੁਸ਼ੀ ਮਿਲਦੀ ਆ। ਕਲਚਰ ਐਕਟੀਵਿਟੀਜ਼ ਦੇ ਵਿੱਚ ਲੋਕ ਪਾਰਟਿਸਿਪੇਟ ਕਰਦੇ ਆ, ਤੁਸੀਂ ਬਹੁਤ ਜ਼ਿਆਦਾ ਕੀਤਾ, ਕੀ ਲੱਗਦਾ ਹੈ ਕਲਚਰ ਐਕਟੀਵਿਟੀਜ਼ ਦਾ ਨੌਕਰੀ ਲੈਣ ਲਈ ਜਾਂ ਆਮ ਜ਼ਿੰਦਗੀ ਦੇ ਵਿੱਚ ਨਾ ਕੀ ਮਹਿਸੂਸ ਕਰਦੇ ਵੀ ਹਾਂ ਵਾਕਈ ਇਹਦਾ ਫਾਇਦਾ ਹੁੰਦਾ? ਸਰ ਦੇਖੋ, ਮੇਰੀ ਜ਼ਿੰਦਗੀ 'ਚ ਤਾਂ ਕਲਚਰ ਐਕਟੀਵਿਟੀ ਦਾ ਬਹੁਤ ਜ਼ਿਆਦਾ ਫਾਇਦਾ ਹੋਇਆ, ਕਿਉਂਕਿ ਜਦੋਂ ਮੈਂ ਇੱਥੇ ਜੁਆਇਨ ਕੀਤਾ ਸੀਗਾ ਤਾਂ ਮੈਨੂੰ ਜ਼ਿਆਦਾ ਸਰ ਨੇ ਮੈਨੂੰ ਇਹ ਪੁੱਛਿਆ ਸੀ ਵੀ ਕੋਈ ਹੋਰ ਐਕਟੀਵਿਟੀ ਹੈ, ਤੇ ਜਦੋਂ ਮੈਂ ਸਾਨੂੰ ਆਪਣੀਆਂ ਐਕਟੀਵਿਟੀਆਂ ਗਿਣਾਈਆਂ ਸੀ ਵੀ ਸਰ ਮੈਂ ਇਹ ਵੀ ਕਰਦੀ ਹਾਂ, ਗਿੱਧਾ ਵੀ ਕਰਦੀ ਹਾਂ, ਰਵਾਇਤੀ ਲੋਕ ਗੀਤ ਵੀ ਗਾਉਣੀ ਆ, ਡਾਂਸ ਦੀ ਵੀ ਆ ਮੈਂ, ਭੰਗੜਾ ਵੀ ਮੈਨੂੰ ਆਉਂਦਾ, ਆਪਣਾ ਥੀਏਟਰ ਦੀ ਐਕਟੀਵਿਟੀਆਂ, NCC, ਸਪੋਰਟਸ ਗੇਮ, ਇਹ ਸਾਰਾ ਮੈਂ ਕਰਦੀ ਹਾਂ। ਤਾਂ ਸਰ ਨੇ ਕਿਹਾ ਸੀ ਵੀ ਠੀਕ ਹੈ ਮੈਮ,
ਇਸ ਤੋਂ ਬਾਅਦ ਮੈਨੂੰ ਉਹਨਾਂ ਨੇ ਇਹ ਨਹੀਂ ਕਿਹਾ ਵੀ ਕਿਉਂ, ਕੀ ਕਰਨਾ, ਕੀ ਗੱਲਬਾਤ ਆ। ਬਟ ਜਦੋਂ ਨੈਕਸਟ ਈਅਰ ਸਾਡਾ ਯੂਥ ਫੈਸਟੀਵਲ ਹੋਇਆ ਤਾਂ ਮੈਨੂੰ ਵੀ ਖੁਸ਼ੀ ਹੋਈ ਆ ਕਿ ਸਾਡੇ ਕਾਲਜ ਦੇ ਵਿੱਚ, ਜਦੋਂ ਕਿ ਇਹ ਨਵਾਂ ਕਾਲਜ ਖੁੱਲਿਆ ਹੈ, 2-3 ਸਾਲ ਹੋਏ ਸੀਗੇ, ਕਿ ਸਾਡੇ ਕਾਲਜ ਦੀ ਗਿੱਧੇ ਦੇ ਵਿੱਚੋਂ 2nd ਪੋਜੀਸ਼ਨ ਤੇ ਰਵਾਇਤੀ ਲੋਕ ਗੀਤਾਂ ਦੇ ਵਿੱਚੋਂ ਯੂਨੀਵਰਸਿਟੀ ਦੇ ਵਿੱਚੋਂ 2nd ਪੋਜੀਸ਼ਨ ਜਿਹੜੀ ਆ ਪ੍ਰਾਪਤ ਕੀਤੀ ਸੀਗੀ। ਤਾਂ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੇਰੀ ਕੁੜੀਆਂ ਨੇ ਵੀ ਬਹੁਤ ਸਪੋਰਟ ਕੀਤੀ, ਕਿ ਉਹਨਾਂ ਨੇ ਮੇਰੀ ਜਿਹੜੀ ਗੱਲਾਂ ਨੂੰ ਛੇਤੀ ਪਕੜ ਕੀਤੀ। ਤਾਂ ਸਾਡੇ ਕਾਲਜ ਨੂੰ, ਸਾਡੇ ਪ੍ਰਿੰਸੀਪਲ ਸਰ ਨੂੰ ਵੀ ਬਹੁਤ ਮਾਣ ਹੋਇਆ, ਕੁੜੀਆਂ ਤੇ ਵੀ ਹੋਇਆ, ਮੇਰੇ ਤੇ ਵੀ ਹੋਇਆ ਕਿ ਇਹਨਾਂ ਨੇ ਸਾਡੇ ਕਾਲਜ ਦੇ ਵਿੱਚ ਆਇਆ ਤਾਂ ਇਹ ਐਕਟੀਵਿਟੀਜ਼ ਕਰਵਾਈਆਂ। ਤਾਂ ਹੁਣ ਵੀ ਸਾਡਾ ਯੂਥ ਫੈਸਟੀਵਲ ਦਾ ਜਿਹੜਾ ਪ੍ਰੋਸੈਸ ਚੱਲ ਰਿਹਾ ਤੇ ਮੈਨੂੰ ਉਮੀਦ ਆ ਕਿ ਮੇਰੀਆਂ ਜਿਹੜੀਆਂ ਕੁੜੀਆਂ ਨੇ, ਜਿਨ੍ਹਾਂ ਨੂੰ ਮੈਂ ਸਿਖਾ ਰਹੀ ਹਾਂ, ਕਿ ਉਹ ਆਪਣੀਆਂ ਜਿਹੜੀਆਂ ਪੋਜੀਸ਼ਨਾਂ ਤੇ ਵੀ ਖਰੀਆਂ ਉਤਰਨੀਆਂ। ਬਾਕੀ ਸਾਡੇ ਜਿਹੜੇ ਡਾਕਟਰ ਪ੍ਰਿੰਸੀਪਲ ਸਰ ਨੇ, ਡਾਕਟਰ ਬਲਦੀਪ ਸਿੰਘ ਦੋਦੜਾ, ਇਹਨਾਂ ਦਾ ਇਹ ਨਹੀਂ ਹੁੰਦਾ ਕਿ ਆਪਾਂ ਪੋਜੀਸ਼ਨ ਪ੍ਰਾਪਤ ਕਰਨੀ ਆ। ਇਹ ਸਿਰਫ ਮੈਨੂੰ ਇੱਕ ਗੱਲ ਕਹਿੰਦੇ ਹੁੰਦੇ ਆ ਕਿ ਮੈਮ ਕੁੜੀਆਂ ਜਿਹੜੀਆਂ ਸਟੇਜੀ ਪਰਫਾਰਮੈਂਸ ਆ ਉਹ ਵਧੀਆ ਦੇ ਦੇਣ, ਮੈਨੂੰ ਉਹ ਆਪਣੀ ਜਿਹੜੀ ਹੈ ਪੋਜੀਸ਼ਨ ਹੀ ਮਿਲੂਗੀ। ਤਾਂ ਸਾਡਾ ਰਹਿੰਦਾ ਕਿ ਪੋਜੀਸ਼ਨ ਵੀ ਲਈਏ ਤੇ ਜਿਹੜਾ ਉੱਥੇ ਵੀ ਬੈਸਟ ਕਰੀਏ, ਕਿ ਸਾਡੇ ਸਰ ਨੂੰ ਜਿਹੜਾ ਸਾਡੇ ਤੇ ਬਹੁਤ ਜ਼ਿਆਦਾ ਮਾਣ ਹੋਵੇ। ਤਾਂ ਮੈਂ ਇਹਨਾਂ ਨੂੰ ਆਪਣਾ ਗੁਰੂ ਮੰਨਦੀ ਹਾਂ, ਡਾਕਟਰ ਬਲਦੀਪ ਸਿੰਘ ਦੋਦੜਾ ਨੂੰ, ਕਿ ਜਿਨ੍ਹਾਂ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ। ਕਦੇ ਮੈਂ ਉਦਾਸ ਹੁੰਦੀ ਸੀਗੀ, ਕਾਲਜ ਦੇ ਵਿੱਚ ਆਉਂਦੇ ਸੀ, ਜਿੱਦਾਂ ਹੁਣ ਆਪਣੇ ਮੈਟਰ ਘਰ ਦੇ ਚੱਲਦੇ ਰਹਿੰਦੇ ਆ, ਜਿੱਦਾਂ ਕਿ ਫਾਦਰ ਸਾਹਿਬ ਦਾ ਚੱਲਦਾ ਰਹਿੰਦਾ ਸੀ, ਮੇਰੇ ਮਾਈਂਡ 'ਚ ਆ ਜਾਂਦਾ ਸੀ ਵੀ ਮੇਰੇ ਫਾਦਰ ਮੇਰੇ ਤੋਂ ਦੂਰ ਹੋਇਆ, ਮੇਰੀਆਂ ਬਹੁਤ ਚੀਜ਼ਾਂ ਸ਼ਾਇਦ ਅਧੂਰੀਆਂ ਰਹਿ ਗਈਆਂ। ਤਾਂ ਇਹ ਉਹ ਪਰਸਨ ਨੇ ਜਿਹੜੇ ਮੈਨੂੰ ਕਈ ਵਾਰ ਜੇ ਮੈਂ ਗੱਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦੀ ਤਾਂ ਮੈਨੂੰ ਬਹੁਤ ਵਧੀਆ ਸਮਝਾਉਂਦੇ। ਤਾਂ ਮੈਨੂੰ ਖੁਸ਼ੀ ਹੁੰਦੀ ਹੈ ਕਿ ਅੱਜ ਜੋ ਮੈਂ ਮੁਕਾਮਾਂ ਤੇ ਪਹੁੰਚ ਰਹੀ ਹਾਂ ਜਾਂ ਜਿਹੜੇ ਲੈਵਲ ਤੇ ਮੈਂ ਜਾਣ ਦੀ ਕੋਸ਼ਿਸ਼ ਕਰ ਰਹੀ ਹਾਂ, ਤਾਂ ਇਹਨਾਂ ਦੀ ਬਦੌਲਤ ਆ, ਕਿਉਂਕਿ ਇਹਨਾਂ ਨੇ ਮੈਨੂੰ ਸਹੀ ਰਾਹ ਪਾਇਆ। ਬਿਲਕੁਲ। ਹਾਂਜੀ ਸਟੂਡੈਂਟਸ, ਸਭ ਤੋਂ ਪਹਿਲਾਂ ਆਪਾਂ ਤਾੜੀ ਦੀ ਕਰਦੇ ਹਾਂ, ਠੀਕ ਹੈ। 1 2 3 ਸਟਾਰਟ। ਹੁਣ ਆਪਾਂ ਬੋਲੀ ਦਾ ਕਰਾਂਗੇ, ਠੀਕ ਹੈ। ਪਹਿਲਾਂ ਸਭ ਤੋਂ ਪਹਿਲਾਂ ਅੱਡੀ ਦਾ ਕਰਨਾ, ਠੀਕ ਹੈ। ਇੰਦਰ ਤੁਸੀਂ ਆ ਜਾਓ, ਠੀਕ ਹੈ। ਰਾਈ 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 ਰਸਤਾ ਛੋੜ ਦਿਓ, ਹੀਰ ਮਜਾ ਜਨਾਈ, ਠੀਕ ਹੈ। ਉਹਦੇ ਵਿੱਚ ਸਟੈਪ ਦੇਖਣੇ ਆ ਵੀ ਪਹਿਲਾਂ ਕਿਵੇਂ ਕਰਦੇ ਆ, ਠੀਕ ਹੈ। ਸਾਰਿਆਂ ਨੂੰ ਆਉਂਦੀ ਹੈ ਨਾ ਬੋਲੀ ਇਹ? ਸੁਣ ਵੀ ਲਓ। ਰਾਈ 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 ਰਸਤਾ ਛੋੜ ਦਿਓ, ਹੀਰ ਮਜਾ ਜਣਾਈ 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 ਰਸਤਾ ਛੋੜ ਦਿਓ, ਠੀਕ ਹੈ। ਹੁਣ ਇਹਦਾ ਆਪਾਂ ਸਟੈਪ ਕਰਦੇ ਹਾਂ, ਠੀਕ ਹੈ। ਚਲੋ 1 2 3 ਸਟਾਰਟ। ਰਾਈ 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 ਰਸਤਾ ਛੋੜ ਦਿਓ, ਹੀਰ ਮਜਾ ਜਣਾਈ 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 ਰਸਤਾ ਛੋੜ ਦਿਓ, ਠੀਕ ਹੈ। ਇਹਦੇ ਵਿੱਚ ਇਹ ਪੂਰਾ ਆਪਾਂ ਸਟੈਪ ਦੱਸਣਾ ਵੀ ਰਾਈ 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 ਰਸਤਾ ਛੋੜ ਦਿਓ, ਹੀਰ ਮਜਾ ਜਣਾਈ। ਇਸ ਤੋਂ ਬਾਅਦ ਜਿਹੜੇ ਆਪਣੇ ਫੋਕ ਸਟੈਪ ਨੇ ਆਹ ਵਾਲੇ ਆ, ਠੀਕ ਹੈ। ਇਸ ਤੋਂ ਬਾਅਦ ਆਪਣੇ ਅੱਡੀ ਦੀ ਕਰਨੀ ਆ। ਹੋਰ ਕੋਈ ਕੁੜੀ ਕਰੂਗੀ ਨਾਲ? ਆ ਜਾਓ। ਰਾਹੇ ਰਾਹੇ ਜਾਣਾ ਮੁੰਡਿਆ, ਠੀਕ ਹੈ। ਆਉਂਦੀ ਹੈ ਬੋਲੀ? ਪਹਿਲਾਂ ਬੋਲੀ ਪਾਓ ਸਟਾਰਟ। 1 2 3 ਸਟਾਰਟ। ਰਾਹੇ ਰਾਹੇ ਜਾਣਾ ਮੁੰਡਿਆ ਨੋਣੋ ਮਾਰਦੇ ਗੇੜੇ, ਵੇ ਤੂੰ ਮੇਰੇ ਤੇ ਆਸ਼ਿਕ ਹੋ ਗਿਆ, ਬੱਲੇ 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 ਬੱਲੇ, ਤੂੰ ਮੇਰੇ ਤੇ ਆਸ਼ਿਕ ਹੋ ਗਿਆ, ਰੱਬ ਜਾਲਨਾ ਤੇਰੇ ਸੁਰਤ ਪਲਾ ਦੂੰਗੀ, ਜੇ ਵਸ ਪੈ ਗਿਆ ਮੇਰੇ ਵੀ ਸੁਰਤ ਪਲਾ ਦੂੰਗੀ, ਜੇ ਵਸ ਪੈ ਗਿਆ ਮੇਰੇ ਵੀ ਸੁਰਤ ਪਲਾ ਦੂੰਗੀ, ਜੇ ਵਸ ਪੈ ਗਿਆ ਮੇਰੇ ਵੀ ਸੁਰਤ ਪਲਾ ਦੂੰਗੀ, ਜੇ ਵਸ ਪੈ ਗਿਆ ਮੇਰੇ ਵੀ ਸੁਰਤ ਪਲਾ ਦੂੰਗੀ। ਹੁਣ ਇਹਦਾ ਸਟੈਪ ਕਰਦੇ ਆਂ ਆਪਾਂ, ਠੀਕ ਹੈ। ਪਹਿਲਾਂ ਦੇਖ ਲਓ, ਫਿਰ ਇਸ ਤੋਂ ਬਾਅਦ ਕਰ ਲਿਓ। ਬੋਲੀ ਪਾਓ। 1 2 3 ਸਟਾਰਟ। ਰਾਹੇ ਰਾਹੇ ਜਾਣੇ ਮੁੰਡਿਆ ਨੋਨੋ ਮਾਰਦਾ ਗੇੜੇ, ਵੇ ਤੂੰ ਮੇਰੇ ਤੇ ਆਸ਼ਿਕ ਹੋਇਆ, ਬੱਲੇ 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 ਬੱਲੇ, ਤੂੰ ਮੇਰੇ ਤੇ ਆਸ਼ਿਕ ਹੋ ਗਿਆ, ਰੱਬ ਯਾਦ ਨਹੀਂ ਤੇਰੇ ਸੁਰਤ ਪਲਾ ਦੂੰਗੀ, ਜੇ ਵਸ ਪੈ ਗਿਆ ਮੇਰੇ 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 ਸੁਰਤ ਪਲਾ ਦੂੰਗੀ, ਠੀਕ ਹੈ। ਚਲੋ ਇਹਦੇ ਨਾਲ ਕਰੋ। ਹੁਣ ਦੂਸਰੀਆਂ ਕੁੜੀਆਂ ਨਾਲ ਕਰ ਲਓ। ਇੰਦਰ ਤੁਸੀਂ ਕਰੋ ਨਾਲ ਇਹਦੇ। 1 2 3 ਸਟਾਰਟ। ਰਾਹੇ ਰਾਹੇ ਜਾਣੇ ਮੁੰਡਿਆ ਨੋਨੋ ਮਾਰਦੇ ਗੇੜੇ, ਵੇ ਤੂੰ ਮੇਰੇ ਤੇ ਆਸ਼ਿਕ ਹੋ ਗਿਆ, ਬੱਲੇ 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 ਬੱਲੇ, ਤੂੰ ਮੇਰੇ ਤੇ ਆਸ਼ਿਕ ਹੋ ਗਿਆ, ਰੱਬ ਯਾਦ ਨਹੀਂ ਤੇਰੇ ਵੀ ਸੁਰਤ ਪਲਾ ਦੂੰਗੀ, ਜੇ ਵਸ ਪੈ ਗਿਆ ਮੇਰੇ ਸੁਰਤ ਪਲਾ ਦੂੰਗੀ, ਜੇ ਵਸ ਪੈ ਗਿਆ ਮੇਰੇ ਵੀ ਸੁਰਤ ਪਲਾ ਦੂੰਗੀ, ਜੇ ਵਸ ਪੈ ਗਿਆ ਮੇਰੇ ਸੁਰਤ ਪਲਾ ਦੂੰਗੀ, ਜੇ ਵਸ ਪੈ ਗਿਆ ਮੇਰੇ ਵੀ ਸੁਰਤ ਪਲਾ ਦੂੰਗੀ। ਜੇ ਮੁੰਡਿਆ ਤੂੰ ਮੈਨੂੰ ਨੱਚਦੀ
जी पेश है रवायती लोक गीत। रंग रासी चरखा चनावे व्यक डांदी चुवाए वे तद क्यों ना बोले चनावे जद बैठे सी सारे वे गाड़ गडीर वाले गड़ा हालड़े हालड़े तोर वे नारां दे डूंगे ने पांद वे मामा मिलिया तो पै जांदी ਠਾਂਡ ਵੇ ਕੀਤਿਆ ਮਿਲ ਮਾਏ ਨੀ ਮੇਰੀਏ ਲੰਮੇ ਪਏ ਨੇ ਵਿਛੋੜੇ ਰਾਣੀਏ ਲੰਮੇ ਪਏ ਨੇ ਵਿਛੋੜੇ। ਹਾਂਜੀ पेश है ਤੁਹਾਡੇ ਸਾਹਮਣੇ ਹੁਣ ਸਿੱਠਣੀ ਜੋ ਨਾਨਕਿਆਂ ਤੇ ਦਾਦਕਿਆਂ ਦੀ ਜਿਹੜੀ ਨੋਕ ਚੁੱਕ ਹੁੰਦੀ ਆ ਉਹਦੇ ਵਿੱਚ ਆਉਂਦੀ ਆ। ਚੁਟਕੀ ਵੀ ਮਾਰਾਂ ਰੱਖਦੀ ਮਾਮੀ ਨੀ ਤੈਨੂੰ ਬਾਂਦਰੀ ਲੈਂਦੀ ਨੀ ਬਣਾ ਟੁਕਦੀ ਬੁਰਕੀ ਸੁੱਟ ਕੇ ਤੇ ਤੋ ਖੇਡਾ ਲੈਂਦੀ ਨੀ ਬਹੁਤੀ ਐ ਚਤਰੇ ਕਰਾ। ਬਾਬਲ ਦੇ ਵੇੜੇ ਅੰਬੀ ਦਾ ਬੂਟਾ ਅੰਬੀ ਨੂੰ ਬੂਰ ਪਿਆ ਬਸਦਾ ਰਹੇ ਓ ਮੇਰੇ ਬਾਬਲ ਦਾ ਵੇੜਾ ਧੀਆਂ ਦੀ ਇਹੀ ਦੁਆ ਮੈਂ ਸਾਦਕੇ ਧੀਆਂ ਦੀ ਇਹੀ ਦੁਆ ਕਾਹੇ ਨੂੰ ਪਾਈਆਂ ਬੈਠ ਕਾਹੇ ਰੱਖਿਆ ਸੀ ਵੇੜਾ ਨੌਕਰਾ ਕਾਹੇ ਰੱਖਿਆ ਸੀ ਵੇੜਾ ਬਸਣੇ ਨੂੰ ਪਾਈਆਂ ਬੈਠ ਤੇਰੇ ਕਤਣੇ ਨੂੰ ਵੇੜਾ ਗੋਰੀਏ ਤੇਰੇ ਕਤਣੇ ਨੂੰ ਵੇੜਾ। ਕਿਰਨ ਗਿੱਧੇ ਦੇ ਵਿੱਚ ਬੀਜ ਤਾਂ ਪਾਲ ਸਿੰਘ ਸਮਾਓ ਨੇ ਬੋਇਆ ਤੇ ਉਸ ਤੋਂ ਬਾਅਦ ਤੁਸੀਂ ਪ੍ਰੋਫੈਸ਼ਨ ਵੀ ਅਪਣਾਇਆ। ਅੱਜ ਕੱਲ ਕਿਹਦੀ ਦੇਖ ਰੇਖ ਹੇਠ ਜਾਂ ਕਹਿ ਸਕਦੇ ਆ ਗਿੱਧੇ ਦੀ ਛਤਰ ਛਾਇਆ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਭਵਿੱਖ ਹਨਾ ਦੀ ਦੇਖ ਰੇਖ ਕੌਣ ਕਰ ਰਿਹਾ? ਹਾਂਜੀ ਸਰ, ਮੈਂ ਉਸ ਸ਼ਖਸੀਅਤ ਦਾ ਨਾਮ ਲੈਣ ਵਿੱਚ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਆ ਜਿਨ੍ਹਾਂ ਦੀ ਦੇਖ ਰੇਖ ਹੇਠ ਅੱਜ ਮੈਂ ਆਪਣੇ ਪ੍ਰੋਫੈਸ਼ਨ ਨੂੰ ਇੱਕ ਪੈਸ਼ਨ ਦੀ ਤਰ੍ਹਾਂ ਪ੍ਰੋਫੈਸ਼ਨਲ ਦੀ ਤਰ੍ਹਾਂ ਕੰਮ ਕਰ ਰਹੀ ਹਾਂ। ਡਾਕਟਰ ਪ੍ਰਭਸ਼ਰਨ ਕੌਰ ਸਿੱਧੂ ਜੀ, ਜਿਨ੍ਹਾਂ ਨੇ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਅਹਿਮ ਰੋਲ ਅਦਾ ਕੀਤਾ, ਜਿਨ੍ਹਾਂ ਦੀ ਬਦੌਲਤ ਅੱਜ ਮੈਂ ਤੁਹਾਡੇ ਕੋਲ ਜਾਂ ਆਪਣੇ ਇਸ ਕਾਲਜਾਂ ਦੇ ਵਿੱਚ ਆਪਣੀਆਂ ਜਿਹੜੀਆਂ ਖੁਸ਼ੀਆਂ ਨੇ ਮਾਣ ਰਹੀ ਹਾਂ ਤੇ ਆਪਣੀਆਂ ਬੁਲੰਦੀਆਂ ਨੂੰ ਛੂ ਰਹੀ ਹਾਂ ਜੀ। ਉਹਨਾਂ ਨੇ ਮੈਨੂੰ ਬਹੁਤ ਵਧੀਆ ਹੁਨਰ ਸਿਖਾਏ ਆ ਜ਼ਿੰਦਗੀ ਦੇ। ਕੋਈ ਵੀ ਗੱਲ ਹੁੰਦੀ ਆ ਮੈਂ ਉਹਨਾਂ ਨਾਲ ਸ਼ੇਅਰ ਕਰਦੀ ਹਾਂ। ਉਹਨਾਂ ਨੇ ਮੇਰੀ ਜ਼ਿੰਦਗੀ ਵਿੱਚ ਇੱਕ ਮਾਂ ਦਾ ਰੋਲ ਅਦਾ ਕੀਤਾ ਜੀ, ਜਿਨ੍ਹਾਂ ਦੀ ਬਦੌਲਤ ਕਹਿੰਦੇ ਹੋ ਵੀ ਇੱਕ ਧੀ ਇੱਕ ਮਾਂ ਦੀ ਕੁੱਖ ਦੇ ਵਿੱਚੋਂ ਨਿਕਲ ਕੇ ਜਨਮ ਲੈਂਦੀ ਆ, ਪਰ ਮੇਰੀ ਜ਼ਿੰਦਗੀ ਵਿੱਚ ਬਹੁਤ ਮਾਵਾਂ ਨੇ ਰੋਲ ਅਦਾ ਕੀਤਾ। ਪਰ ਮੇਰੀ ਮਾਂ ਜਿਨ੍ਹਾਂ ਨੂੰ ਮੈਂ ਜ਼ਿੰਦਗੀ ਵਿੱਚ ਬਹੁਤ ਮਾਣ ਮਹਿਸੂਸ ਕਰਦੀ ਹਾਂ ਕਿ ਮੇਰੀ ਇਹਨਾਂ ਦੀ ਧੀ ਬਣਨ ਦਾ ਮੌਕਾ ਮਿਲਿਆ, ਡਾਕਟਰ ਪ੍ਰਭਸ਼ਰਨ ਕੌਰ ਸਿੱਧੂ, ਜਿਨ੍ਹਾਂ ਦੀ ਬਦੌਲਤ ਅੱਜ ਮੈਂ ਬਹੁਤ ਜ਼ਿਆਦਾ ਸਾਰੇ ਮੁਕਾਮ ਹੈ ਜਿਹੜੇ ਹਾਸਲ ਕਰ ਰਹੀ ਹਾਂ। ਕੋਈ ਵੀ ਕੰਮ ਹੁੰਦਾ ਹੈ, ਕੋਈ ਵੀ ਮੈਂ ਕੰਮ ਕਰਨਾ ਹੈ ਤਾਂ ਮੈਂ ਪਹਿਲਾਂ ਉਹਨਾਂ ਨੂੰ ਦੱਸਦੀ ਹਾਂ ਕਿ ਮੰਮਾ ਮੈਂ ਇਹ ਕੰਮ ਕਰਨਾ, ਤਾਂ ਮੈਂ ਉਹਨਾਂ ਦੀ ਬਦੌਲਤ ਹੀ ਅੱਜ ਜਿਹੜੀ ਆ ਤੁਹਾਡੇ ਕੋਲ ਖੜੀ ਹਾਂ ਜਾਂ ਆਪਣੀਆਂ ਖੁਸ਼ੀਆਂ ਨੂੰ ਮਾਣ ਰਹੀ ਹਾਂ। ਇੱਕ ਆਪਾਂ ਕਹਿੰਦੇ ਹੁੰਦੇ ਮਾਂ ਤੇ ਧੀਆਂ ਨਾਲ ਬੈਠੀਆਂ ਨਹੀਂ ਮਾਏ, ਉਸ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਦਾ ਕੋਈ ਲੋਕ ਗੀਤ ਜਾਂ ਕੁਝ ਵੀ ਹੋ ਜੇ? ਹਾਂਜੀ ਸਰ, ਮਾਵਾਂ ਤੇ ਧੀਆਂ ਦਾ ਦੇਖੋ ਲੋਕ ਗੀਤ ਮੈਂ ਕਦੇ ਵੀ ਮਾਂ ਲਈ ਕੋਈ ਵੀ ਵਰਡ ਯੂਜ਼ ਨਹੀਂ ਕਰ ਸਕਦੀ ਕਿ ਉਹਨਾਂ ਦੀ ਮਾਂ ਦੀ ਜਿਹੜੀ ਇੱਕ ਵਡਿਆਈ ਇੱਕ ਗੀਤ ਦੇ ਜ਼ਰੀਏ ਹੀ ਕਰ ਸਕਦੇ ਹਾਂ। ਬਸ ਮੇਰੇ ਲਈ ਉਹਦੇ ਲਈ ਸ਼ਬਦ ਨਹੀਂ ਹੁੰਦੇ। ਜਿਵੇਂ ਕਿ ਮੈਂ ਆਪਣਾ ਗੀਤ ਮੈਂ ਤੁਹਾਨੂੰ ਪਹਿਲਾਂ ਵੀ ਸੁਣਾਇਆ ਕਿ ਗੱਡ ਗਡੀਰੇ ਵਾਲੇ ਆ ਗੱਡਾ ਹੌਲੜੇ ਹੌਲੜੇ ਤੋੜ,
ਇਹਨਾਂ ਰਾਹਾਂ ਦੇ ਡੂੰਘੇ ਨੇ ਪੰਦ, ਮਾਵਾਂ ਮਿਲੀਆਂ ਤੋਂ ਪੈ ਜਾਂਦੀ ਠੰਡ। ਤਾਂ ਜਦੋਂ ਮਾਂ ਮਿਲ ਜਾਂਦੀ ਆ ਤਾਂ ਸਭ ਕੁਝ ਮਿਲ ਜਾਂਦਾ ਹੈ। ਆਪਾਂ ਕਹਿੰਦੇ ਆ ਜੇ ਰੱਬ ਹੈ ਤਾਂ ਆਪਾਂ ਕੋਈ ਵੀ ਫਿਕਰ ਨਾ ਕਰੀਏ, ਜੇ ਰੱਬ ਨਹੀਂ ਆ ਤਾਂ ਜ਼ਿਕਰ ਨਾ ਕਰੀਏ। ਉਸੇ ਤਰ੍ਹਾਂ ਜੇ ਮਾਂ ਤਾਂ ਕਿਸੇ ਵੀ ਚੀਜ਼ ਦਾ ਫਿਕਰ ਨਹੀਂ ਕਰਨਾ ਚਾਹੀਦਾ। ਸੋ ਮਾਂ ਦੇ ਜ਼ਰੀਏ ਹੀ ਅੱਜ ਮੈਂ ਆਪਣੇ ਕਾਮਣੇ ਆ ਜਿਹੜੇ ਖੱਟ ਰਹੀ ਹਾਂ, ਖੁਸ਼ੀਆਂ ਮਹਿਸੂਸ ਕਰ ਰਹੀ ਹਾਂ। ਮੇਰੀ ਮਾਂ ਡਾਕਟਰ ਪ੍ਰਭਸ਼ਰਨ ਕੌਰ ਸਿੱਧੂ, ਜਿੰਨਾ ਮੈਂ ਰੱਬ ਨੂੰ ਚਾਹੁੰਦੀ ਹਾਂ ਕਿ ਮੇਰੀ ਵੀ ਉਮਰ ਉਹਨਾਂ ਨੂੰ ਲਾ ਦੇ। ਮਾਨਸਾ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਸਤੀਕੇ ਦੇ ਵਿੱਚੋਂ ਆਪਣੀਆਂ ਪ੍ਰਾਪਤੀਆਂ ਸਦਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੱਭਿਆਚਾਰਕ ਗਤੀਵਿਧੀਆਂ ਸਦਕਾ ਆਪਣਾ ਨਾਮ ਨਾ ਖੱਟਿਆ। ਅਸੀਂ ਉਮੀਦ ਕਰਦੇ ਹਾਂ ਕਿ ਇੰਟਰਵਿਊ ਉਹਨਾਂ ਲੜਕੀਆਂ ਲਈ, ਉਹਨਾਂ ਮਾਤਾ ਪਿਤਾ ਲਈ ਇੱਕ ਚੇਤਨਾ ਹੋਵੇਗੀ, ਇੱਕ ਸੁਨੇਹਾ ਹੋਵੇਗੀ। ਸੋ ਬਣੇ ਰਹੋ ਸਰਲੇਖ ਦੇ ਨਾਲ। ਸ਼ੁਕਰੀਆ।